ਧੰਨ ਵਾਹਿਗੁਰੂ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰ ਕੇ ਗੋਲੇ। ਜਾਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ। ਆਤਮ ਜਿਨੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸਰਨੀ ਪਾਵਨ ਨਾਮ ਧਿਆਵਨ। ਸਹਿਜ ਸਮਾਵਨ ਸੰਗ, ਜਨ ਕੇ ਚਰਨ ਵਸੈ ਮੇਰਹਿਅਰ। ਸੰਗ ਪੁਨੀਤਾ ਦੇਹੀ, ਜਨ ਕੀ ਤੋਰ ਦੇਹੋ ਕਿਰਪਾ ਨਿਧ। ਨਾਨਕ ਕੈ ਸੁਖ ਏਹੀ, ਨਾਨਕ ਕੈ ਸੁਖ ਏਹੀ। ਜਾਗਦੀ ਜੋਤ रूहानी ज्ञान दे मुजस्मे बाणी के बोहित साहिब श्री गुरु ग्रंथ साहब महाराज जी की पावन पवित्र पाक हजूरी विच जुड़ बैठे सतसंगी जनों, सतगुरां ने कृपा की है। ਅਸਥਾਨ 'ਤੇ ਲੜੀਵਾਰ 52 ਅੱਖਰੀ ਬਾਣੀ ਦੀ ਵਿਚਾਰ ਆਰੰਭ ਹੋਈ ਹੈ। ਵਿਚਾਰ ਅਧੀਨ ਹੁਣ ਤੱਕ ਅਸੀਂ 2 ਪੌੜੀਆਂ ਅਤੇ ਉਹਦੇ ਨਾਲ ਜੋ ਸਲੋਕ ਦਰਜ ਹਨ ਉਹਨਾਂ ਦੀ ਵਿਚਾਰ ਕੀਤੀ ਹੈ। ਅੱਜ ਤੀਜੀ ਪੌੜੀ ਉਸਦੇ ਨਾਲ ਜੋ ਸਲੋਕ ਦਰਜ ਹੈ ਉਸ ਦੀ ਵਿਚਾਰ ਕਰਾਂਗੇ। ਪਾਵਨ ਅੰਕ 250 ਦੇ ਉੱਤੇ ਇਹ ਪਾਵਨ ਪੌੜੀ ਅਤੇ ਸਲੋਕ ਦਰਜ ਹੈ। ਸਲੋਕ ਸਈ ਸਾਹਾ ਭਗਵੰਤ ਸੇ, ਸਚ ਸੰਪੈ ਹਰ ਰਾਸ। ਨਾਨਕ ਸਚ ਸੁਚ ਪਾਈਐ, ਤਿਹ ਸੰਤਨ ਕੈ ਪਾਸ। ਜੀਵਨ ਵਿੱਚ 2 ਚੀਜ਼ਾਂ ਹਨ। ਇੱਕ ਹੈ ਜੀਵਨ ਦੇ ਵਿੱਚ ਸੱਚ ਅਤੇ ਦੂਜੀ ਹੈ ਸੁੱਚ। ਸੱਚ ਜਿਹੜਾ ਹੈ ਉਹ ਧਰਮ ਦੀ ਵਿਚਾਰਧਾਰਾ ਹੈ। ਸੁੱਚ ਦਾ ਅਰਥ ਹੁੰਦਾ ਪਵਿੱਤਰਤਾ, ਕਿਉਂਕਿ ਜਿੱਥੇ ਸੱਚ ਹੈ ਉੱਥੇ ਹੀ ਪਵਿੱਤਰਤਾ ਹੈ। ਜਿੱਥੇ ਸੱਚ ਨਹੀਂ ਉੱਥੇ ਪਵਿੱਤਰਤਾ ਜਾਂ ਨਿਰਮਲਤਾ ਨਹੀਂ। ਸੋ ਆਓ ਸਾਡੇ ਜੀਵਨ ਵਿੱਚ 2 ਚੀਜ਼ਾਂ ਕਿਵੇਂ ਆਉਣ, ਸੱਚ ਕਿਵੇਂ ਆਵੇ ਅਤੇ ਸਾਡਾ ਹਿਰਦਾ ਇਹ ਪਵਿੱਤਰ ਕਿਵੇਂ ਹੋਵੇ। ਕਿਉਂਕਿ ਸੱਚ ਉੱਥੇ ਟਿਕਦਾ ਜਿੱਥੇ ਹਿਰਦਾ ਪਵਿੱਤਰ ਹੈ। ਜਿੱਥੇ ਕੂੜ ਕਪਟ ਮੈਲ ਹੈ ਉੱਥੇ ਸੱਚ ਟਿਕ ਨਹੀਂ ਸਕਦਾ।
ਸੋ ਗੁਰਬਾਣੀ ਨੇ ਇਹੀ ਸਾਨੂੰ ਦੱਸਿਆ ਕਿ ਸੱਚ ਨੂੰ ਟਿਕਾਉਣ ਵਾਸਤੇ ਸੁੱਚ ਚਾਹੀਦੀ ਹੈ। ਉਹ ਸੁੱਚ ਕਿਹੜੀ ਸੁੱਚ ਹੈ, ਉਸ ਦੇ ਬਾਬਤ ਅੱਜ ਆਪਾਂ ਵਿਚਾਰ ਕਰਾਂਗੇ। ਜਿਤਨੀ ਵੀ ਗੁਰੂ ਪਿਆਰੀਆਂ ਸੰਗਤਾਂ ਇਸ ਪ੍ਰੋਗਰਾਮ ਨਾਲ ਜੁੜ ਰਹੀਆਂ ਹਨ, ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਰਹੀਆਂ ਹਨ, ਸਾਰੀਆਂ ਸੰਗਤਾਂ ਵੱਡੇ ਭਾਗਾਂ ਵਾਲੀਆਂ ਹਨ। ਮੈਂ ਵੱਡੇ ਭਾਗ ਤਾਂ ਆਖ ਰਿਹਾ ਹਾਂ ਕਿਉਂਕਿ ਜਦੋਂ ਆਪਣੇ ਆਪ ਨੂੰ ਸਮਝਣ ਵਾਸਤੇ ਸਿੱਖ ਗੁਰੂ ਕੋਲ ਆਉਂਦਾ ਹੈ, ਇਹੀ ਸਾਡੇ ਵੱਡੇ ਭਾਗ ਹੋਣ ਦੀ ਨਿਸ਼ਾਨੀ ਹੈ। ਬਾਕੀ ਕੰਮ ਜੋ ਕੁਝ ਅਸੀਂ ਸੰਸਾਰ ਵਿੱਚ ਕਰ ਰਹੇ ਹਾਂ, ਉਹ ਸਾਰੇ ਕੰਮ, ਸਾਰੀਆਂ ਕਿਰਿਆਵਾਂ, ਉਹਦਾ ਸਾਡੇ ਜੀਵਨ ਦੇ ਨਾਲ ਜਾਂ ਸਾਨੂੰ ਉਸਦਾ ਅਧਿਆਤਮਿਕ ਤੌਰ ਤੋਂ ਕੋਈ ਲਾਭ ਨਹੀਂ ਹੈ। ਸੋ ਉਹ ਕੰਮ ਕਰੀਏ ਜਿਸ ਦੇ ਵਿੱਚੋਂ ਸਾਨੂੰ ਆਪੇ ਨੂੰ, ਆਪਣੇ ਆਪ ਨੂੰ ਕੋਈ ਲਾਹਾ ਪ੍ਰਾਪਤ ਹੋਵੇ। ਸੋ ਇਹ ਉਹ ਖਜ਼ਾਨਾ ਹੈ ਜਿਸ ਦੇ ਰਾਹੀਂ ਅਸੀਂ ਆਪਣੇ ਆਪ ਦੀ ਪੜਚੋਲ, ਆਪਣੇ ਆਪ ਦੀ ਖੋਜ ਕਰ ਸਕਦੇ ਹਾਂ ਅਤੇ ਆਪਣੇ ਜੀਵਨ ਦੀ ਸੁੰਦਰ ਕਾਢ ਕੱਢ ਸਕਦੇ ਹਾਂ। ਸੋ ਜਿਤਨੀਆਂ ਵੀ ਸੰਗਤਾਂ ਵਿਚਰ ਰਹੀਆਂ ਹਨ, ਮਨੋਬਿਰਤੀਆਂ ਇਕਾਗਰ ਕਰੋ। ਪਾਠ ਕਰਨ ਤੋਂ ਪਹਿਲਾਂ ਅਤੇ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਫਤਿਹ ਦੀ ਸਾਂਝ ਕਰੋ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸਈ ਸਹਾ ਭਗਵੰਤ ਸੇ, ਸਚ ਸੰਪੈ ਹਰ ਰਾਸ, ਨਾਨਕ ਸਚ ਸੁਚ ਪਾਈਐ, ਤਿਹ ਸੰਤਨ ਕੈ ਪਾਸ। ਪਵੜੀ ਸੱਸਾ ਸਤ 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 ਸੋ, ਸਤ ਪੁਰਖ ਤੇ ਭਿੰਨ ਨ ਕੋ, ਸੋ ਸਰਨ ਪਰੈ ਜਿਹ ਪਾਇੰ, ਸਿਮਰ ਸਿਮਰ ਗੁਣ ਗਾਏ ਸੁਨਾਇੰ, ਸੰਸੈ ਭਰਮ ਨਹੀਂ ਕਛ ਵਿਆਪਤ, ਪ੍ਰਕਟ ਪ੍ਰਤਾਪ ਤਾਹੂ ਕੋ ਜਾਪਤ, ਸੋ ਸਾਧੂ ਇਹ ਪਹੁੰਚਨ ਹਾਰਾ, ਨਾਨਕ ਤਾਕੈ ਸਦ ਬਲਿਹਾਰਾ, ਸੋ ਸਾਧੂ ਇਹ ਪਹੁੰਚਨ ਹਾਰਾ, ਨਾਨਕ ਤਾਕੈ ਸਦ ਬਲਿਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਇਸ ਪਾਵਨ ਸਲੋਕ ਅਤੇ ਪੌੜੀ ਦੇ ਰਾਹੀਂ ਸਾਨੂੰ ਇਸ ਗੱਲ ਦਾ ਗਿਆਨ ਕਰਾਇਆ ਕਿ ਸੰਸਾਰ ਦੇ ਵਿੱਚ ਅਸੀਂ ਸਾਰੇ ਹੀ ਵਣਜਾਰੇ ਹਾਂ, ਵਣਜ ਕਰਨ ਵਾਸਤੇ ਆਏ ਹਾਂ। ਅਤੇ ਜਿਵੇਂ ਅਸੀਂ ਦੇਖਦੇ ਹਾਂ ਕਿ ਵਣਜਾਰੇ ਨੂੰ ਵਣਜ ਕਰਨ ਵਾਸਤੇ ਪੂੰਜੀ ਦੀ ਲੋੜ ਹੁੰਦੀ ਹੈ, ਧਨ ਦੀ ਲੋੜ ਹੁੰਦੀ ਹੈ ਅਤੇ ਨਾਲ ਸਾਧਨ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਹੀ ਇਹ ਮਨੁੱਖਾ ਜੀਵਨ ਦੇ ਵਿੱਚ ਧਨ ਸਾਡੇ ਕੋਲ ਸਵਾਸਾ ਰੂਪੀ ਪੂੰਜੀ ਦਾ ਹੈ ਅਤੇ ਸਾਧਨ ਸਾਡਾ ਇਹ ਸਰੀਰ ਹੈ। ਜਿਸ ਸਰੀਰ ਰੂਪੀ ਗੱਡੀ 'ਤੇ ਚੜ੍ਹ ਕੇ, ਘੋੜੀ 'ਤੇ ਚੜ੍ਹ ਕੇ ਅਸੀਂ ਵਣਜ ਵਪਾਰ ਕਰਨਾ ਹੈ ਅਤੇ ਸੋਹਣੇ ਵਣਜਾਰੇ ਸੰਸਾਰ ਵਿੱਚ ਆ ਕੇ ਬਣਨਾ। ਗੁਰੂ ਸਾਹਿਬ ਜੀ ਕਹਿੰਦੇ ਨੇ ਹਰ ਇੱਕ ਬੰਦਾ ਆਪਣੇ ਆਪ ਨੂੰ ਸਾਹੂਕਾਰ ਸਮਝਦਾ ਹੈ, ਆਪਣੇ ਆਪ ਨੂੰ ਭਗਵੰਤ ਸਮਝਦਾ। ਭਗਵੰਤ ਦਾ ਅਰਥ ਹੈ ਇੱਥੇ ਧਨ ਵਾਲਾ, ਧਨਵਾਨ, ਅਮੀਰ। ਪਰ ਅਸਲ ਦੇ ਅੰਦਰ
ਇੱਥੇ ਧਨਵਾਨ ਜਾਂ ਧਨਵੰਤ ਕੌਣ ਹੈ? ਜਦੋਂ ਆਪਾਂ ਜਗਤ ਦੀ ਗੱਲ ਕਰਦੇ ਹਾਂ, ਦੇਖੋ ਇੱਕ ਗੱਲ ਸਾਨੂੰ ਸਮਝਣੀ ਪਏਗੀ ਕਿ ਗੁਰਮਤਿ ਨੇ ਸਾਨੂੰ ਦੋ ਚੀਜ਼ਾਂ ਦਾ ਗਿਆਨ ਕਰਾਇਆ। ਇੱਕ ਗਿਆਨ ਸਤਿਗੁਰੂ ਨੇ ਸਾਨੂੰ ਦਿੱਤਾ ਹੈ ਕਿ ਸਰੀਰ ਦੀ ਜ਼ਰੂਰਤਾਂ ਵਾਸਤੇ ਸਾਨੂੰ ਦੁਨਿਆਵੀ ਧਨ ਇਕੱਤਰ ਕਰਨਾ ਹੈ। ਸਰੀਰ ਦੀ ਜ਼ਰੂਰਤਾਂ ਵਾਸਤੇ ਲੋੜ ਮੁਤਾਬਿਕ, ਭਾਵੇਂ ਸਾਡੇ ਜੀਵਨ ਦਾ ਉਹ ਟਾਰਗੇਟ ਨਹੀਂ ਹੈ, ਮਕਸਦ ਨਹੀਂ ਹੈ, ਪਰ ਗੁਰੂ ਸਾਹਿਬ ਜੀ ਨੇ ਉਸ ਪੱਖ ਨੂੰ ਵੀ ਸਾਡੇ ਸਾਹਮਣੇ ਰੱਖਿਆ ਕਿ ਸਿੱਖ ਮੰਗਤਾ ਨਾ ਹੋਵੇ, ਕਰ ਕਰਕੇ ਜਾ ਕੇ ਮੰਗਦਾ ਨਾ ਹੋਵੇ, ਸਗੋਂ ਆਪ ਕਿਰਤੀ ਹੋਵੇ, ਆਪਣੀ ਕਿਰਤ ਕਰੇ। ਨਾਲ ਹੀ ਗੁਰੂ ਸਾਹਿਬ ਜੀ ਨੇ ਜਿੱਥੇ ਸਾਨੂੰ ਕਿਰਤੀ ਹੋਣ ਦਾ ਉਪਦੇਸ਼ ਦਿੱਤਾ, ਕਿਰਤ ਜਿਹੜੀ ਹੈ ਉਹ ਸਰੀਰ ਦੀ ਉਪਜੀਵਕਾ ਵਾਸਤੇ ਹੈ। ਜਿਹੜੀ ਕੀਰਤੀ ਹੈ ਉਹ ਅਸਲ ਵਿੱਚ ਸਾਡੇ ਜੀਵਨ ਦਾ ਮਕਸਦ ਹੈ, ਸਾਡਾ ਟਾਰਗੇਟ ਹੈ ਕਿ ਪਰਮਾਤਮਾ ਦੀ ਕੀਰਤੀ ਕਰਕੇ, ਪਰਮਾਤਮਾ ਦੀ ਵਡਿਆਈ ਕਰਕੇ ਅਸੀਂ ਜੀਵਨ ਵਿੱਚ ਉਸ ਧਨ ਦੇ ਸਾਹੂਕਾਰ ਜਾਂ ਬਣਜਾਰੇ ਬਣਨਾ ਹੈ, ਜਿਹੜਾ ਧਨ ਸਾਨੂੰ ਇੱਥੇ ਅਤੇ ਪਰਮਾਤਮਾ ਦੇ ਘਰ ਦੇ ਵਿੱਚ ਸਤਿਕਾਰ ਦਿਵਾਉਂਦਾ ਹੈ। ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ, ਗੁਰੂ ਨਾਲੋਂ ਟੁੱਟੇ ਹੋਏ ਨੇ, ਉਹਨਾਂ ਦੀ ਨਜ਼ਰ ਵਿੱਚ ਕੇਵਲ ਇੱਕੋ ਚੀਜ਼ ਉਹਨੂੰ ਨਜ਼ਰ ਆਉਂਦੀ ਹੈ ਕਿ ਸ਼ਾਇਦ ਦੁਨਿਆਵੀ ਧਨ ਬਹੁਤਾ ਹੋਏਗਾ ਅਤੇ ਸੰਸਾਰ ਸਤਿਕਾਰ ਕਰੇਗਾ, ਵਡਿਆਈ ਕਰੇਗਾ। ਪਰ ਜਦੋਂ ਗੁਰੂ ਸਾਹਿਬ ਜੀ ਨੇ ਇਸ ਸਤਿਕਾਰ ਦੀ, ਜਿਸ ਵਡਿਆਈ ਦੀ ਗੱਲ ਕੀਤੀ ਗੁਰਮਤਿ ਵਿੱਚ, ਅਤੇ ਮਹਾਰਾਜ ਕਹਿੰਦੇ ਇਹ ਧਨ ਜਿਹੜੇ ਸੰਚਨ ਵਾਲੇ ਹਨ ਜਾਂ ਇਹ ਮਾਇਆ ਜਿਹੜੀ ਲੋਕ ਇਕੱਤਰ ਕਰਦੇ ਨੇ, ਇਸ ਦੇ ਵਿੱਚ ਸੰਸਾਰ ਜਿਹੜਾ ਵਡਿਆਈ ਕਰਦਾ ਹੈ, ਪਰ ਇਹ ਵਡਿਆਈ ਜਿਹੜੀ ਹੈ ਹੋਛੀ ਹੈ। ਤੁਸੀਂ ਦੇਖੋ ਕਿ ਤੁਹਾਡੇ ਕੋਲ ਧਨ ਹੈ, ਤੁਹਾਡੇ ਕੋਲ ਪਦਾਰਥ ਨੇ, ਤੁਹਾਡੇ ਕੋਲ ਵਿਦਿਆ ਹੈ, ਸੰਸਾਰ ਦੀ ਜਿਹੜੀ ਚੀਜ਼ਾਂ ਸਾਡੇ ਕੋਲ ਹਨ, ਜਦੋਂ ਉਹਨਾਂ ਗੱਲਾਂ ਕਰਕੇ ਸਾਨੂੰ ਵਡਿਆਈ ਮਿਲਦੀ ਹੈ ਅਤੇ ਨਾਲ ਅਹੰਕਾਰ ਵੀ ਵੱਧਦਾ ਹੈ, ਉਹਦੇ ਵਿੱਚ ਵੀ ਸਾਡਾ ਵਾਧਾ ਹੁੰਦਾ ਹੈ, ਕਿਉਂਕਿ ਸਾਨੂੰ ਲੱਗਦਾ ਵੀ ਸਾਡੇ ਕੋਲ ਇਹ ਚੀਜ਼ ਹੈ, ਬਾਕੀ ਕੋਲ ਨਹੀਂ ਹੈ। ਇਸ ਕਰਕੇ ਲੋਕ ਸਾਡੀ ਵਡਿਆਈ ਕਰ ਰਹੇ ਹਨ, ਸਾਡੀ ਉਪਮਾ ਕਰ ਰਹੇ ਹਨ। ਇਸ ਨੂੰ ਗੁਰੂ ਸਾਹਿਬ ਜੀ ਨੇ ਇੱਦਾਂ ਲਿਖਿਆ ਬਾਣੀ ਵਿੱਚ, ਕੌਣ ਵੱਡਾ ਮਾਇਆ ਵਡਿਆਈ। ਇਹ ਜਗਤ ਵਿੱਚ ਕੌਣ ਵੱਡਾ ਹੈ? ਸੋ ਕਹਿੰਦੇ ਮਾਇਆ ਦੀ ਵਡਿਆਈ, ਜਿਹਦੇ ਕੋਲ ਮਾਇਆ ਵੱਧ ਹੈ ਉਸ ਨੂੰ ਅਸੀਂ ਵੱਡਾ ਕਹਿੰਦੇ ਹਾਂ, ਪਰ ਗੁਰੂ ਸਾਹਿਬ ਉਸ ਨੂੰ ਵੱਡਾ ਨਹੀਂ ਕਹਿੰਦੇ, ਕਿਉਂਕਿ ਮਾਇਆ ਤਾਂ ਇਸ ਸਰੀਰ ਦੀ ਰੋਜੀ ਰੋਟੀ ਵਾਸਤੇ ਹੈ। ਇਹ ਤਾਂ ਅਸੀਂ ਉਦਮੀ ਹੋ ਕੇ ਸਰੀਰ ਨੂੰ ਪਾਲਣਾ ਹੈ, ਪਾਲਣਾ ਵਾਸਤੇ ਸਾਨੂੰ ਧਨ ਚਾਹੀਦਾ, ਧਨ ਚਾਹੀਦਾ ਅਤੇ ਧਨ ਕਮਾਉਣਾ, ਇਤਨੀ ਜੀ ਗੱਲ ਹੈ। ਇਸ ਕਰਕੇ ਇਹ ਜਿਹੜਾ ਸੰਸਾਰ ਦੇ ਵਿੱਚ ਮਾਇਆ ਦੀ ਵਡਿਆਈ ਹੈ, ਇਹ ਜ਼ਿਆਦਾ ਲੰਬਾ ਸਮਾਂ ਚੱਲਣ ਵਾਲੀ ਵਡਿਆਈ ਨਹੀਂ, ਜਾਂ ਇਹ ਮਾਇਆ ਹਰ ਵੇਲੇ ਸਾਡਾ ਸਾਥ ਨਹੀਂ ਦਿੰਦੀ। ਫਿਰ ਮਹਾਰਾਜ ਕਿਹੜੀ ਵਡਿਆਈ ਸਾਡੇ ਕੋਲ ਹੋਵੇ? ਮਹਾਰਾਜ ਕਹਿੰਦੇ ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਇੱਥੇ ਸੰਸਾਰ 'ਚ ਉਹ ਮਨੁੱਖ ਵੱਡਾ ਹੈ ਜਿਹੜਾ ਰਮੇ ਹੋਏ ਰਾਮ ਦੇ ਨਾਮ ਵਿੱਚ ਆਪਣੀ ਸੁਰਤੀ ਨੂੰ, ਆਪਣੇ ਮਨ ਨੂੰ ਜੋੜਦਾ ਹੈ। ਇਸ ਦਾ ਅਰਥ ਇਹ ਹੋਇਆ ਕਿ ਜਦੋਂ ਆਪਣਾ ਮਨ ਅਸੀਂ ਪਰਮਾਤਮਾ ਦੀ ਯਾਦ ਨਾਲ ਜੋੜ ਲੈਂਦੇ ਹਾਂ, ਸਾਡਾ ਮਨ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ, ਅਤੇ ਉਸ ਵੇਲੇ ਅਸੀਂ ਸਭ ਤੋਂ ਵੱਧ ਅਮੀਰ ਹੁੰਦੇ ਹਾਂ। ਉਸ ਤੋਂ ਵੱਡੀ ਵਡਿਆਈ ਸਾਡੇ ਜੀਵਨ 'ਚ ਹੋਰ ਕੋਈ ਨਹੀਂ। ਜਦੋਂ ਸਾਡਾ ਮਨ ਗੁਰੂ ਚਰਨਾਂ ਨਾਲ ਜੁੜ ਗਿਆ, ਗੁਰਮਤਿ ਦੇ ਨਾਲ ਜੁੜ ਗਿਆ। ਇਸ ਨੂੰ ਹੀ ਮਹਾਰਾਜ ਨੇ ਆਖਿਆ ਹੈ, ਕਹਿੰਦੇ ਸੇ ਧਨਵੰਤ ਹਰ ਨਾਮ ਲਿਵ ਲਾਏ। ਉਹ ਧਨਵਾਨ ਹਨ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਆਪਣੇ ਮਨ ਨੂੰ ਜੋੜਦੇ ਹਨ। ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰ ਪੂਰੈ ਹਰ ਤਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਪੂਰੇ ਗੁਰੂ ਨੇ ਹਰੀ ਪਰਮਾਤਮਾ ਦਾ ਨਾਮ ਧਨ ਪ੍ਰਗਟ ਕਰ ਦਿੱਤਾ, ਉਸਦੀ ਖੂਬੀ ਸਾਨੂੰ ਸਮਝਾ ਦਿੱਤੀ, ਅਤੇ ਹਰੀ ਪਰਮਾਤਮਾ ਦੀ ਜਦੋਂ ਕਿਰਪਾ ਹੁੰਦੀ ਹੈ, ਇਹ ਨਾਮ ਰੂਪੀ ਧਨ ਸਾਡੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਇੱਕੋ ਇੱਕ ਇਹ ਧਨ ਐਸਾ ਹੈ ਜਿੱਥੇ ਜ਼ਿੰਦਗੀ ਵਿੱਚ ਜੇ ਇਹ ਪ੍ਰਾਪਤ ਹੋ ਜਾਏ ਅਤੇ ਇਹ ਵੱਧਦਾ ਹੀ ਜਾਂਦਾ ਹੈ। ਕਿਉਂ? ਕਿਉਂਕਿ ਇਹ ਧਨ ਅਖੁੱਟ ਨਾ ਨਿਖੁੱਟੈ
ना जाए, पूरे सतगुर दिया दिखाए। पूरे सतगुर ने इस दी सिफत सानू समझा दी है। इस करके महाराज कहते ये तन ना तो खर्चा मुकदा है, ना ही ये वंडिया मुकदा है। एक नाम का तन तुहाडे कोल गुरु साहब की बख्शी हुई जीवन जाच आ गई है। तुसी आप भी उस जीवन जाच के सदका अपने जीवन को आनंद दे विच लैके जाते हो, दूजे नाल सांझी करते हो, तो उसनों भी आनंद की प्राप्ति होंदी है। तो ये जीवन जाच जो गुरु साहब ने अपने गुरमत विचारां राहीं बख्शी, ये कदी घटदी नहीं है। इस करके गुरु साहब जी अज शुरुआत दे विच सानू एक गल समझा रहे हैं कि सानू ये नाम धन खटना है। ऐसा नहीं भी गुरु साहब ने किते ऐसा कहा भी दुनियावी धन नहीं खटना, ये भी नहीं है। एक गुरमत का ही ऐसा मार्ग है जिथे कि गुरु साहब जी ने सानू दोनों चीज़ों बारे सोझी बख्शी कि दुनियावी धन भी चाहिए और इतना तेरे कोल होवे कि मोती ता मंदिर उसरें, रतनी ता होए जड़ाओ, कस्तूर कुंगू अगर चंदन लीप आवे चाओ। पर नाल एक गल कह दी है कि मत देख भूलां विसरें, तेरा चित ना आवे ना। किते धन नूं देख के रब नूं ना भुला दें, वाहिगुरू का नाम किते चित ही ना आवे तेरे, भी तन में इतना रुझ जाए, इतना खचित हो जाए, वो अकाल पुरख वाहिगुरू तैनूं याद ही ना आवे। इस करके सतगुर सच्चे पातशाह कहते ने, कहते तू ये नाम धन नाल भी जुड़ के रहना, क्योंकि जिंदगी का टारगेट दुनियावी धन नहीं है। हाँ ये साडी जरूरत है, ये साडी लोड़ है, पर साडा सारियां दा मकसद टारगेट जीवन दे विचों नाम रूपी धन है। तो जे ये धन सानू प्राप्त हो जाता है, सतगुरु कहते ने से सा भगवंत से सच संपै हर रास। जीव जगत विच हर नाम का वणज करन आया है। असी सारे वणजारे हाँ, असी सारे व्यापारी हाँ, तो जिन्हां पास परमात्मा का नाम धन है, जिन्हां कोल ये पूंजी है, नाम रूपी धन है, नाम वणज करन लई पूंजी है, उही साहूकार ने जिन्हां कोल साहा भगवंत से। भगवंत का अर्थ है साहूकार, भगवंत का अर्थ है पूंजी धन। महाराज सच्चे पातशाह कहते जिन्हां कोल ये पूंजी है, आओ कि नाम धन रूपी सच संपै हर रास। हरि परमात्मा के नाम का जिन्हां ने वणज किया, व्यापार किया, वो साहूकार ने, वो मनुख धन वाले हैं। क्यों? क्योंकि वो जिहड़ा धन है साडी जिंदगी विच हर थां ते काम आउंदा है। तुसीं ये कहोगे फिर जिहड़ा दुनियावी धन खटदे कि ये साडे काम नहीं आउंदा। ये साडी शरीर की जरूरत है, शरीर वास्ते हर थां ते इसने ही काम आउणा है। पर जिथे इस धन ने साडे जीवन विच काम नहीं करना, ऐसी भी थावां ने साडी जिंदगी विच, ऐसा भी समय कि जदों साडे कोल दुनियावी धन ते बहुत हुंदा है, पर उस परिवार के बहुत सारे जी जदों देखते असीं पागल हो जाते हैं, मैंटल अपसैट हो जाते हैं, संसार दे विच बड़े दुख उन्हां दे जीवन विच आ जाते हैं। पर ये क्यों? क्योंकि उत्थे मसला कोई होर है, उत्थे धन का मसला नहीं है। उत्थे ये मसला नहीं है कि इसने धन कितना एकत्र किया होया है, कितना धन इकट्ठा किया होया है, जमा पूंजी कितनी है। उत्थे मसला है कि जीवन दे विच वो ज्ञान, वो समझ, वो सोझी नहीं, जिहड़ी समझ सोझी सानू अंदरों अमीर करदी है। देखो ना जीवन विच डीगण डोला तोलो जो मन के भरमा। डिगदे हाँ डोलदे हाँ उदों जदों मन विच भरम है। साडे जीवन च भटकना है। याद रखना, ये धन प्राप्त कर लईए संसारी तौर तो, जिहड़ा संसारी धन है साडे जीवन की भटकना नहीं मिटदी, साडे जीवन का भरम नहीं मिटदा। इस करके मनुख जिहड़ा कई बारी इस धन नूं इकत्तर करदा है। महाराज सच्चे पातशाह कहते तू संसार दे विच आया है, जे तेरे कोल परमात्मा का नाम धन है, हरि नाम दे वणज करन लई तेरे कोल पूंजी है, तां फिर तू साहूकार है, तू धन वाला है। समझ लै तू धनवान है। मान लो कि साडी पूंजी खत्म हो जाए, स्वासा रूपी पूंजी है,
ਇਹ ਖਤਮ ਹੋ ਜਾਏ, ਮੁੱਕ ਜਾਏ ਸਾਡੇ ਕੋਲ, ਕੀ ਅਸੀਂ ਵਪਾਰ ਕਰ ਸਕਦੇ ਹਾਂ? ਗੁਰਮਤਿ ਨੇ ਕਿਉਂ ਸਾਨੂੰ ਇਹ ਗੱਲ ਸਮਝਾਈ ਕਿ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਪਹੀ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ। ਉਸ ਤੋਂ ਪਹਿਲਾਂ ਭਜ ਲੈ, ਕਿਉਂਕਿ ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਕੀ ਬਾਅਦ ਦੇ ਵਿੱਚ ਆਪਾਂ ਭਜ ਸਕਾਂਗੇ? ਸਹੀ ਸੱਚੇ ਪਾ ਸਕਣੇ, ਬਾਅਦ ਵਿੱਚ ਤੂੰ ਭਜ ਨਹੀਂ ਸਕਦਾ। ਇਸ ਕਰਕੇ ਕਿਤੇ ਐਸਾ ਨਾ ਹੋਵੇ ਜ਼ਿੰਦਗੀ ਵਿੱਚ ਕਿ ਪੂਰੀ ਜ਼ਿੰਦਗੀ ਦੁਨਿਆਵੀ ਤਨ ਖੱਟਣ 'ਤੇ ਲਾ ਦੇਵੇਂ ਅਤੇ ਆਖਿਰਕਾਰ ਉਹ ਤਨ ਤੇਰੇ ਘਰ ਦੇ ਵਿੱਚ ਕਲੇਸ਼ ਦਾ ਕਾਰਨ ਬਣੇ। ਅੱਜ ਬਹੁਤਾਤ ਵਿੱਚ ਅਸੀਂ ਦੇਖਦੇ ਹਾਂ ਕਿ ਮਾਂ ਪਿਓ ਬੜਾ ਯਤਨ ਕਰਦੇ ਨੇ, ਬਹੁਤ ਸਾਰਾ ਧਨ ਜਿਸ ਤਰੀਕੇ ਨਾਲ ਵੀ ਉਹ ਕਮਾ ਸਕਦੇ ਨੇ, 1 ਨੰਬਰ ਦੇ ਵਿੱਚ 2 ਨੰਬਰ ਵਿੱਚ ਜਿੱਦਾਂ ਵੀ ਉਹ ਇਕੱਠਾ ਕਰ ਸਕਦੇ ਨੇ, ਉਹ ਯਤਨ ਕਰਦੇ ਨੇ ਕਿ ਅਸੀਂ ਬੱਚਿਆਂ ਵਾਸਤੇ ਬਹੁਤ ਧਨ ਇਕੱਠਾ ਕਰਕੇ ਦੇ ਕੇ ਜਾਈਏ। ਪਰ ਜਿਉਂਦੇ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਧਨ ਬਹੁਤ ਸਾਰਾ ਜਿਹੜਾ ਇਕੱਠਾ ਕੀਤਾ, ਇਕੱਤਰ ਕੀਤਾ, ਉਹ ਧਨ ਸਾਡੇ ਘਰ ਦੇ ਕਲੇਸ਼ ਦਾ ਕਾਰਨ, ਭਰਾਵਾਂ ਦੀ ਲੜਾਈਆਂ ਦਾ ਕਾਰਨ, ਬੱਚਿਆਂ ਦੀ ਲੜਾਈਆਂ ਦਾ ਕਾਰਨ। ਔਰ ਇੱਥੇ ਤੱਕ ਅਸੀਂ ਦੇਖਦੇ ਹਾਂ ਕਿ ਬਹੁਤਾ ਧਨ ਇਕੱਠਾ ਕੀਤਾ ਹੋਇਆ ਬਹੁਤਾਤ ਵਿੱਚ ਪਰਿਵਾਰਾਂ ਵਿੱਚ ਐਸਾ ਵਿਖੇੜਾ ਪਾ ਦਿੰਦਾ ਕਿ ਉਹ ਪਰਿਵਾਰ ਕਦੀ ਮੁੜ ਕੇ ਜੁੜ ਨਹੀਂ ਪਾਉਂਦੇ। ਅਸੀਂ ਦੇਖੋ ਧਨ ਸੋਚਦੇ ਹਾਂ ਕਿ ਸ਼ਾਇਦ ਸੁੱਖ ਦੇਗਾ, ਸੁੱਖ ਵਾਸਤੇ ਧਨ ਇਕੱਤਰ ਕਰਦੇ ਹਾਂ, ਪਰ ਜੇ ਇਹ ਧਨ ਸੰਸਾਰੀ ਕਮਾਇਆ ਹੋਇਆ ਦੁੱਖ ਦਾ ਕਾਰਨ ਬਣ ਜਾਏ, ਪਰਿਵਾਰ ਦੇ ਕਲੇਸ਼ ਦਾ ਕਾਰਨ ਬਣ ਜਾਏ, ਝਗੜੇ ਦਾ ਕਾਰਨ ਬਣ ਜਾਏ, ਉਸ ਵੇਲੇ ਬੰਦੇ ਨੂੰ ਪਛਤਾਵਾ ਹੁੰਦਾ ਕਿ ਮੈਂ ਤਾਂ ਸੁੱਖ ਵਾਸਤੇ ਇਹ ਸਾਰਾ ਕੁਝ ਕਰ ਰਿਹਾ ਸੀ ਅਤੇ ਮੇਰੀ ਜ਼ਿੰਦਗੀ 'ਚ ਇਤਨਾ ਦੁੱਖ ਆ ਗਿਆ। ਮੈਨੂੰ ਪਤਾ ਹੀ ਨਹੀਂ ਸੀ ਕਿ ਇਹ ਧਨ ਹੀ ਕੱਲ੍ਹ ਨੂੰ ਮੇਰੇ ਦੁੱਖ ਦਾ ਕਾਰਨ ਬਣੇਗਾ। ਇੱਕ ਬੰਦੇ ਨੇ ਬੜੀ ਸੋਹਣੀ ਗੱਲ ਲਿਖੀ, ਕਹਿੰਦੇ ਜਿਨ ਕੋ ਹਾਰ ਸਮਝਾ ਥਾ ਗਲਾ ਆਪਣਾ ਸਜਾਨੇ ਕੋ। ਕਹਿੰਦੇ ਬੰਦਾ ਕਈ ਵਾਰੀ ਆਪਣੇ ਗਲੇ ਦੀ ਸ਼ੋਭਾ ਵਾਸਤੇ, ਆਪਣੇ ਤਨ ਦੀ ਸੁੰਦਰਤਾ ਵਾਸਤੇ ਗਲੇ ਵਿੱਚ ਕਹਿੰਦੇ ਹਾਰ ਪਾਉਂਦਾ ਵੀ ਮੈਂ ਸੋਹਣਾ ਲੱਗਾ, ਚੰਗਾ ਲੱਗਾ। ਪਰ ਕੀ ਹੁੰਦਾ ਹੈ ਕਿ ਉਹ ਪਾਇਆ ਹੋਇਆ ਹਾਰ ਕਈ ਵਾਰੀ ਮੌਤ ਦਾ ਕਾਰਨ ਬਣ ਜਾਂਦਾ ਹੈ। ਉਹ ਕਹਿੰਦਾ ਜਿਨ ਕੋ ਹਾਰ ਸਮਝਾ ਥਾ ਗਲਾ ਆਪਣਾ ਸਜਾਨੇ ਕੋ, वो काले नाग बन बैठे मेरे अपने काटखाने को। कई वारी ਜਿਹੜਾ ਧਨ ਅਸੀਂ ਕਮਾਉਂਦੇ ਹਾਂ ਉਹੀ ਕਈ ਵਾਰੀ ਪਤਾ ਲੱਗਦਾ ਹੈ ਕਿ ਇਹ ਬੰਦਾ ਮਰਿਆ ਇਸ ਕਰਕੇ ਮਰਿਆ, ਧਨ ਬਹੁਤ ਸੀ, ਪੁੱਤਰਾਂ ਨੇ ਮਾਰ ਦਿੱਤਾ, ਗੁਆਂਢੀਆਂ ਨੇ ਮਾਰ ਦਿੱਤਾ, ਰਿਸ਼ਤੇਦਾਰਾਂ ਨੇ ਮਾਰ ਦਿੱਤਾ। ਕਈ ਸਾਲ ਪਹਿਲਾਂ ਤੁਸੀਂ ਸੁਣਿਆ ਹੋਵੇਗਾ ਕਿ ਚੱਡਾ ਪਰਿਵਾਰ ਦੇ 2 ਭਰਾ ਨੂੰ ਮਾਰਿਆ ਗਿਆ ਗੋਲੀ ਮਾਰ ਕੇ, ਔਰ ਦਿਖਾਇਆ ਗਿਆ ਕਿ ਦੋਵੇਂ ਭਰਾਵਾਂ ਨੇ ਇੱਕ ਦੂਜੇ ਉੱਤੇ ਗੋਲੀ ਚਲਾਈ, ਕਤਲ ਕਰ ਦਿੱਤਾ, ਪਰ ਉਹਦੇ ਪਿੱਛੇ ਤੀਜਾ ਬੰਦਾ ਸੀ ਜਿਹਨੇ ਦੋਨੇ ਪਾਸੇ ਗੋਲੀਆਂ ਚਲਾਈਆਂ। ਕਿਉਂ? ਕਿਉਂਕਿ ਉਹਦੇ 20,000 ਕਰੋੜ ਰੁਪਇਆ ਇੰਗਲੈਂਡ ਦੇ ਬੈਂਕ ਵਿੱਚ ਉਸਦੇ ਨਾਮ ਸੀ। ਦੋਵੇਂ ਭਰਾਵਾਂ ਵਿੱਚ ਫੁੱਟ ਪਾ ਦਿੱਤੀ ਉਸਨੇ, ਉਹ 20,000 ਕਰੋੜ ਵਾਪਸ ਨਾ ਦੇਣਾ ਪਵੇ, ਕਿਉਂਕਿ ਉਹਨਾਂ ਦਾ ਨੌਕਰ ਸੀ ਜਿਸ ਨੌਕਰ ਨੂੰ ਦਿੱਤੇ ਹੋਏ ਸਨ। ਉਹ ਨੌਕਰ ਨੇ ਦੋਨੇ ਭਰਾਵਾਂ ਨੂੰ ਇਤਨਾ ਭੜਕਾਇਆ ਆਪਸ ਵਿੱਚ ਕਿ ਦੋਵਾਂ ਨੂੰ ਆਪ ਹੀ ਕਤਲ ਕਰਵਾ ਦਿੱਤਾ। ਔਰ ਇਸ ਢੰਗ ਦੇ ਨਾਲ ਕਤਲ ਕੀਤਾ, ਨਾਮ ਵੀ ਉਸਦਾ ਨਹੀਂ ਆਇਆ, ਥੋੜ੍ਹੀ ਬਹੁਤ ਸਜ਼ਾ ਹੋਈ, ਉਸ ਪੈਸੇ ਦੇ ਜ਼ੋਰ ਨਾਲ ਵਾਪਸ ਆ ਗਿਆ। ਪਰ ਜੇ ਇਤਨਾ ਪੈਸਾ ਨਾ ਕਮਾਇਆ ਹੁੰਦਾ, ਜੇ ਨੌਕਰਾਂ ਦੇ ਨਾਮ ਵੀ ਪੈਸਾ ਜਮ੍ਹਾਂ ਕਰਨਾ ਪਵੇ, ਇਹ ਬਹੁਤਾ ਪੈਸਾ ਵਧਿਆ ਇਹ ਸੀ ਨਾ ਕਾਰਨ ਜਿਹੜਾ ਸੀ। 20,000 ਕਰੋੜ ਕੋਈ ਛੋਟੀ ਮੋਟੀ ਰਕਮ ਨਹੀਂ ਹੁੰਦੀ। ਜੇ ਆਪਣੇ ਨੌਕਰ ਦੇ ਨਾਮ, ਆਪਣੇ ਡੋਗੀਆਂ ਦੇ ਨਾਮ ਪੈਸਾ ਜਮ੍ਹਾਂ ਕੀਤਾ ਜਾ ਰਿਹਾ, ਇਸ ਦਾ ਮਤਲਬ ਕਿ ਕਿਤਨੀ 2 ਨੰਬਰ ਦੀ ਕਮਾਈ ਹੋਏਗੀ ਉਹਨਾਂ ਲੋਕਾਂ ਦੀ, ਔਰ ਉਹ ਪੈਸਾ ਹੀ ਆਖਿਰ ਮੌਤ ਦਾ ਕਾਰਨ ਬਣਿਆ। ਗੁਰੂ ਸਾਹਿਬ ਜੀ ਸਾਨੂੰ ਇਸ ਦਲਦਲ ਵਿੱਚੋਂ ਨਿਕਾਲਣਾ ਚਾਹੁੰਦੇ ਨੇ ਭਾਈ, ਕਿਉਂਕਿ ਤੇਰੇ ਜੀਵਨ ਦਾ ਮਕਸਦ ਹੈ ਪਰਮਾਤਮਾ ਦੇ ਨਾਮ ਧਨ ਦੀ ਪੂੰਜੀ ਇਕੱਤਰ ਕਰਨੀ। ਉਹ ਧਨ ਜਿਹੜਾ ਤੇਰੀ ਇੱਜ਼ਤ ਮਾਣ ਵਧਾਉਂਦਾ ਹੈ, ਉਹ ਧਨ ਜੀਵਨ ਵਿੱਚ ਤੈਨੂੰ ਇੱਕ ਸੌਖਾ ਜੀਵਨ ਰਸਤਾ ਸਿਖਾਉਂਦਾ ਹੈ। ਇੱਕ ਇਕੱਲਾ ਧਨ ਕੋਈ ਇੱਕ ਸ਼ਬਦ ਨਹੀਂ ਹੈ। ਜਦੋਂ ਨਾਮ ਧਨ ਦੀ ਗੱਲ ਗੁਰਬਾਣੀ ਵਿੱਚ ਚੱਲਦੀ ਹੈ ਨਾ, ਇਹਦਾ ਅਰਥ ਹੈ ਜੀਵਨ ਜਿਉਣ ਦਾ ਸਹੀ ਢੰਗ ਅਤੇ ਤਰੀਕਾ। ਜੋ ਮੈਂ ਸਮਝੀ ਇਸ ਗੱਲ ਨੂੰ, ਜੋ ਗੁਰਬਾਣੀ ਦੇ ਵਿਚਾਰ ਕਰਦਿਆਂ ਸਮਝ ਆਈ ਕਿ ਜਿਹੜਾ ਨਾਮ ਧਨ ਦੀ ਬਾਰ-ਬਾਰ ਗੱਲ ਗੁਰਬਾਣੀ ਵਿੱਚ ਹੈ, ਤਾਂ ਉਸ ਦਾ ਅਰਥ ਹੈ ਕਿ ਜੀਵਨ ਜਿਉਣ ਦਾ ਸਹੀ ਢੰਗ, ਸਹੀ ਵਰਤਾਵਾ, ਸਮਾਜ ਵਿੱਚ ਕਿਵੇਂ ਰਹਿਣਾ ਹੈ, ਪਰਿਵਾਰ ਵਿੱਚ ਕਿਵੇਂ ਰਹਿਣਾ ਹੈ, ਆਪਣੇ ਫਰਜ਼ ਕਿਵੇਂ ਨਿਭਾਉਣੇ ਨੇ, ਇਹ ਸਾਰੀਆਂ ਚੀਜ਼ਾਂ ਨੂੰ ਗੁਰੂ ਸਾਹਿਬ ਜੀ ਨੇ ਫਿਰ ਨਾਮ ਧਨ ਦਾ ਨਾਮ ਦਿੱਤਾ।
एक जीवन जीवन का सलीका तरीका, उठना बैठना, समाज में रहना, अपने रूहानी जीवन के सफ़र को पूरा करना। असी देखते हैं कि असी इन्हां चीज़ों तो वांझे हो जाते हैं। महाराज कहते ये पर धन सानू किवें मिले? जिहड़ा तुसी कहते हो कि ये जिहड़ा नाम धन है ये साडी जिंदगी का आसरा है, साडी जिंदगी का आधार है, इस धन की सानू किवें प्राप्ति होवे? गुरु साहब ने अगे ढंग तरीका दस्या, नानक सच सुच पाईए ते संतन कै पास। महाराज आखन लगे, कहते ने अजय संत जना तो संत जन पाओ। हुण की पहचान है संत जन की? अज जदों आपां देखते हैं कि भेग दे पिछे बहुत कुछ साडे आले दुआले चल रहा है, सानू पता ही नहीं चलता कि किहड़ा संत है किहड़ा असंत है, किहड़ा धर्मी है किहड़ा अधर्मी है। अज समाज बड़ा कन्फ्यूज होया होया भी आपां किनू धर्मी कह दईए किनू अधर्मी कहीए, या किन्हां कोल ये जिहड़ी दौलत सानू प्राप्त हुंदी है। क्योंकि जदों तक साडे जीवन विच दो चीज़ां ने, एक सच, सच भाव का अर्थ है नाम रूपी धन, सुच का अर्थ हुंदा पवित्रता। ये दोनों चीज़ां सानू जीवन च चाहीदियां ने। असी कई बारी ये भी वेखदे हाँ कि असी जिहड़ा सुच लफज है ना उन्होंने शरीर नाल जोड़ लिया, इस करके लोगों ने तीर्थां की यात्रा करनी शुरू कर दी। दो चीज़ां सानू समझनियां पैणियां, एक सच ते दूजा सच। जिहड़ा सुच है एक हुंदी है साफ सफाई, एक हुंदी है सुच पिट। एक की हुंदी है साफ सफाई, जिवें हत्थ साफ करा मैं करने चाहिए, मैं अपने कपड़े धोवां वो साफ करने हुंदे ने, मैं घर की सफाई करा वो साफ करना हुंदा। पर जी मैं कह देवां भी घर की सफाई की तो घर सुच्चा हो गया। सफाई करन नाल घर सुच्चा नहीं। मैं कहा कि मैं हत्थ धो लए ने, मैं जे किसी धार्मिक स्थान पर जाके सरोवर विच स्नान कर लिया या किसी नदी दे विच जाके मैं स्नान कर लिया और मैं क्या देखो जी मैं हुण बिल्कुल सुच्चा हो गया। गुरु साहब ने सब तो पहली मुढ़ली गल इत्थों शुरू की कि सोचै सोच ना होवे जे सोची लखवार। सोचै का अर्थ है कि बहार दी स्नान कीतियां, पिंडे नूं स्नान कराया, सोच कीतियां। सोचै अर्थ शौचालय तो बनया है। महाराज कहते जे मैं बहार दी सुच पिठ रखां, बाहर की साफ सफाई नूं मैं धर्म समझ लवां या समझ लवां कि मैं सुच्चा हो गया। और गुरु साहब ने फिर कहना भी कहा कि सुच्चे यह ना आखियां बहन जे पिंडा तोए, सुच्चे सही नानका जिन मन वसिया सोए। सुच्चे वो नहीं जिन्हां ने शरीर नूं साफ कर लिया। इस करके ये गल भी सानू समझनी पैगी कि अज बहुतात विच लोग समझते ने कि शरीर की साफ सफाई उसनों कहने असी सुच्चे हो गए। नहीं भाई, वो तो सफाई की है, जिवें घर की कोई सफाई करता है, कोई इंसान अपने हत्थ धोंदा है, कोई इंसान अपने कपड़े धोंदा है, तो उन्होंने साफ करना कहते हैं। कोई तीर्थ ते जाके पिंडा स्नान करे, वो आखे कि देखो मैं पवित्र हो गया, मैं सुच कर ली है, मैं बिल्कुल साफ हो गया। मर कहते ये तेरा भुलेखा है, क्योंकि सुच जिहड़ी है वो एक वखरी चीज़ है। सुच का अर्थ हुंदा है पवित्रता। हत्थ साफ करन नाल, पानी नाल साफ होणगे, सेवा करन नाल सुचे होणगे। जमान जे मैं कुरली करा तो ये साफ हो सकता है मूँह, पर जे इस दे नाल गुण गावां तो सुची होएगी। नाम कहत गोबिंद का सोची पही रसना। सतगुरु ने बाणी विच एक गल सानू समझाई कि नाम आखेंगा तो ये सुची होएगी, तो जे कुरली करेंगा तो साफ होना मूँह। तो मैं कुरली करन नूं आखां भी मैं मूँह सुच्चा करके आ गया देखो जी, या कई बार कहते हैं भी सुच्चे मूँह आ मैं। सुच्चे मूँह की हुंदा? कई बंदे कहते भी सुच्चे मूँह अजे असी। सुच्चे मूँह का की अर्थ हुंदा? कि मन भी कभी सुच्चा हो सकता? मन कभी मूँह कभी सुच्चा नहीं हो सकता। इसके अंदर हर वेले लार चल रही है, इस वेले हर वेले एक्टिविटी चल रही है,
ਹਾਂ, ਮਨ ਨੂੰ ਕੁਰਲੀ ਕਰਕੇ ਸਾਫ਼ ਕੀਤਾ ਜਾ ਸਕਦਾ ਹੈ। ਸੁੱਚਾ ਤਾਂ ਨਾਮ ਜਪ ਕੇ ਹੀ ਹੋ ਸਕਦਾ ਹੈ। ਇਹ ਹੱਥ ਸੇਵਾ ਕਰਕੇ ਸੁੱਚੇ ਹੋ ਸਕਦੇ ਨੇ, ਪਾਣੀ ਨਾਲ ਤਾਂ ਧੋਏ ਜਾ ਸਕਦੇ ਨੇ, ਸਾਫ਼ ਕੀਤੇ ਜਾ ਸਕਦੇ ਨੇ। ਇਸ ਕਰਕੇ ਮਹਾਰਾਜ ਇੱਥੇ ਗੱਲ ਬੜੀ ਕੰਮ ਦੀ ਸਮਝਾ ਰਹੇ, ਨਾਨਕ ਸੱਚ ਸੁਚ ਪਾਈਐ ਤੇ ਸੰਤਨ ਕੈ ਪਾਸ। ਹੈ ਨਾਨਕ, ਅਜਿਹੇ ਸੰਤ ਜਨਾਂ ਤੋਂ ਹੀ ਨਾਮ ਧਨ ਤੇ ਆਤਮਿਕ ਪਵਿੱਤਰਤਾ ਹਾਸਲ ਹੁੰਦੀ ਹੈ, ਜਿਨ੍ਹਾਂ ਨੇ ਆਪ ਨਾਮ ਰੂਪੀ ਧਨ ਸੰਚ ਲਿਆ, ਨਾਮ ਰੂਪੀ ਪੂੰਜੀ ਜਿਹੜੀ ਹੈ ਜੀਵਨ ਵਿੱਚ ਇਕੱਤਰ ਕਰ ਲਈ ਹੈ, ਜਿਹੜੇ ਕਿ ਸਾਹੂਕਾਰ ਨੇ, ਜਿਹੜੇ ਕਿ ਆਤਮਿਕ ਜੀਵਨ ਦੇ ਧਨ ਵਾਲੇ ਮਨੁੱਖ ਹਨ। ਦੇਖੋ ਨਾ, ਜਿਨ੍ਹਾਂ ਦੇ ਕੋਲ ਆਪ ਧਨ ਹੈ ਉਹ ਕਿਸੇ ਨੂੰ ਦੇ ਸਕਦੇ ਨੇ। ਮੰਨ ਲਓ ਕਿ ਤੁਹਾਡੇ ਕੋਲ ਦੁਨਿਆਵੀ ਧਨ ਨਹੀਂ, ਤੁਸੀਂ ਕਿਸੇ ਦੀ ਸੇਵਾ ਨਹੀਂ ਕਰ ਸਕਦੇ, ਉਸ ਵਾਸਤੇ ਚਾਹੀਦਾ। ਔਰ ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਇੱਥੇ ਤੱਕ ਗੁਰਬਾਣੀ ਵਿੱਚ ਸਮਝਾਇਆ ਕਿ ਦੁਨਿਆਵੀ ਧਨ ਹੋਣਾ ਵੀ ਤੇਰੇ ਕੋਲ ਬੜਾ ਜ਼ਰੂਰੀ ਹੈ, ਕਿਉਂਕਿ ਗ੍ਰਹਿ ਸੋਭਾ ਜਾ ਕੇ ਰੇ ਨਾਹੇ ਆਵਦ ਪਹੀਆ ਖੁਦੇ ਜਾਏ। ਤੇਰੇ ਘਰ ਵਿੱਚ ਜੇ ਲਕਸ਼ਮੀ ਨਹੀਂ, ਤੇਰੇ ਘਰ 'ਚ ਜੇ ਮਾਇਆ ਨਹੀਂ, ਕੋਈ ਤੇਰੇ ਘਰ ਦੇ ਵਿੱਚ ਆਇਆ ਤੇ ਉਹ ਖਾਲੀ ਚਲਾ ਜਾਏਗਾ। ਇਸ ਕਰਕੇ ਧਨ ਚਾਹੀਦਾ ਦੁਨਿਆਵੀ, ਤਾਂ ਕਿ ਤੇਰੇ ਘਰ ਤੋਂ ਕੋਈ ਆਵੇ ਉਹ ਖਾਲੀ ਨਾ ਜਾਵੇ। ਧਨ ਚਾਹੀਦਾ, ਪਰ ਇਹ ਟਾਰਗੇਟ ਨਹੀਂ ਹੋਣਾ ਚਾਹੀਦਾ ਕੇਵਲ ਧਨ ਚਾਹੀਦਾ ਹੈ ਤੇ ਧਰਮ ਨਹੀਂ ਚਾਹੀਦਾ। ਜੇ ਧਨ ਹੋਣਾ ਚਾਹੀਦਾ ਹੈ, ਧਰਮ ਦਾ ਕੀ ਕਰਨਾ? ਧਨ ਇੱਕ ਜ਼ਰੂਰਤ ਸਮੇਂ ਤੱਕ ਹੈ, ਇੱਕ ਲਿਮਿਟ ਹੈ ਜੀਵਨ ਦੇ ਵਿੱਚੋਂ, ਜਦੋਂ ਤੱਕ ਉਹ ਕੰਮ ਕਰਦਾ। ਇੱਕ ਸਮਾਂ ਉਹ ਹੁੰਦਾ ਕਿ ਉਹ ਧਨ ਵੀ ਕੰਮ ਕਰਨੋਂ ਹਟ ਜਾਂਦਾ। ਤੁਸੀਂ ਕਈ ਵਾਰੀ ਵੇਖਿਆ ਹੋਏਗਾ ਕਿ ਬੰਦਾ ਬਿਮਾਰ ਪੈ ਜਾਏ, ਉਸ ਵੇਲੇ ਉਹ ਧਨ ਸਾਡੇ ਕੰਮ ਨਹੀਂ ਆਉਂਦਾ। ਉਸ ਵੇਲੇ ਸਾਨੂੰ ਗੁਰੂ ਸਾਹਿਬ ਦੀ ਦਿੱਤੀ ਹੋਈ ਸਿੱਖਿਆ ਕੰਮ ਆਉਂਦੀ ਹੈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੁਖ ਮੈਂ ਬਹੁਤ ਸੰਗੀ ਪਹੇ, ਦੁੱਖ ਮੈਂ ਸੰਗ ਨਾ ਕੋਏ। ਸੁਖ ਦੇ ਵਿੱਚ ਤਾਂ ਬਹੁਤ ਸਾਰੇ ਸਾਥੀ ਸੀ, ਪਰ ਹੁਣ ਜੋ ਬਿਮਾਰ ਪੈ ਗਿਆ, ਅੱਜ ਦੁਖੀ ਹੈ ਤੇ ਕੋਈ ਸਾਥੀ ਨਹੀਂ। ਦੁੱਖ ਵਿੱਚ ਕੋਈ ਚੀਜ਼ ਜੇ ਸਾਥ ਦੇ ਸਕਦੀ ਹੈ, ਤੁਹਾਡਾ ਜਪਿਆ ਹੋਇਆ ਨਾਮ ਹੈ, ਕੀਤੀ ਹੋਈ ਸੇਵਾ ਹੈ, ਤੁਹਾਡੇ ਸ਼ੁਭ ਕੰਮ ਹਨ, ਜੋ ਤੁਹਾਨੂੰ ਉੱਥੇ ਚੜ੍ਹਦੀ ਕਲਾ 'ਚ ਰੱਖ ਸਕਦੇ ਨੇ। ਤੁਹਾਨੂੰ ਇਹ ਅਹਿਸਾਸ ਕਰਾ ਸਕਦੇ ਨੇ, ਕੋਈ ਜੇ ਸਾਥ ਨਹੀਂ ਤੇ ਤੂੰ ਜਿਹੜਾ ਨਾਮ ਜਪਿਆ ਉਹ ਤੇ ਤੇਰੇ ਸਾਥ ਹੈ, ਜਿਹੜੀ ਤੂੰ ਸੰਗਤ ਕੀਤੀ ਹੈ ਉਹ ਤਾਂ ਤੇਰੇ ਨਾਲ ਹੈ ਨਾ। ਉਹੀ ਐਕਟੀਵਿਟੀ ਜਿਹੜੀ ਸਾਡੇ ਜੀਵਨ 'ਚ ਸਾਨੂੰ ਚੜ੍ਹਦੀ ਕਲਾ 'ਚ ਰੱਖਦੀ ਹੈ। ਉਹੀ ਜਪਿਆ ਹੋਇਆ ਨਾਮ ਸਾਨੂੰ ਅਡੋਲ ਰੱਖਦਾ ਹੈ, ਉਹ ਸਾਨੂੰ ਫਿਰ ਡੋਲਣ ਨਹੀਂ ਦਿੰਦਾ। ਕਿਉਂ? ਕਿਉਂਕਿ ਸਾਨੂੰ ਸਮਝ ਆ ਗਈ ਕਿ ਜੋ ਮੈਂ ਕੀਤਾ ਸੀ ਉਹ ਮੇਰੇ ਨਾਲ। ਇਸ ਕਰਕੇ ਬਾਰ-ਬਾਰ ਕਹਿ ਦਿੰਦਾ ਵੀ ਸੰਗਤ ਕਰੋ। ਕਈ ਬੰਦੇ ਕਹਿੰਦੇ ਹੁਣ ਚੰਗਾ ਸਮਾਂ, ਕਿ ਹੁਣ ਕੀ ਕਰਾਂਗੇ, ਜਦੋਂ ਦੁੱਖ ਉੱਖ ਆਵੇਗਾ ਬਾਅਦ 'ਚ ਦੇਖ ਲਾਂਗੇ। ਮਾਰ ਕਹਿੰਦੇ ਜਦੋਂ ਚੰਗਾ ਸਮਾਂ ਉਹਦਾ ਜ਼ਰੂਰ ਸੰਗਤ ਕਰੋ, ਕਿਉਂਕਿ ਜਦੋਂ ਚੰਗਾ ਸਮਾਂ ਉਦੋਂ ਸੰਗਤ ਕਰਾਂਗੇ, ਮਾੜਾ ਸਮਾਂ ਆਵੇਗਾ ਨਾ ਤੇ ਉਸ ਵੇਲੇ ਉਸ ਸੰਗਤ ਨੇ ਸਾਨੂੰ ਆਸਰਾ ਦੇਣਾ, ਬਾਕੀ ਕਿਸੇ ਨੇ ਸਾਡਾ ਸਾਥ ਨਹੀਂ ਦੇਣਾ। ਤੁਹਾਡਾ ਜਪਿਆ ਹੋਇਆ ਨਾਮ, ਗੁਰੂ ਕੀ ਸਿੱਖਿਆ, ਗੁਰੂ ਸਾਹਿਬ ਦਾ ਗਿਆਨ, ਗੁਰਮਤਿ ਵਿਚਾਰਧਾਰਾ ਉਹ ਸਾਡੇ ਕੰਮ ਆਏਗੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਇਹ ਗੁਰਮੁਖ ਜਨਾਂ ਕੋਲੋਂ ਇਹ ਨਾਮ ਰੂਪੀ ਪੂੰਜੀ ਪ੍ਰਾਪਤ ਹੁੰਦੀ ਹੈ। ਭਾਵ ਕਿ ਨਾਮ ਧਨ ਤੇ ਆਤਮਿਕ ਜੀਵਨ ਦੀ ਪਵਿੱਰਤਾ। ਇੱਕ ਤਾਂ ਨਾਮ ਧਨ ਚਾਹੀਦਾ, ਸੱਚ ਚਾਹੀਦਾ ਜੀਵਨ ਵਿੱਚ, ਤੇ ਦੂਜੀ ਚੀਜ਼ ਚਾਹੀਦੀ ਹੈ ਪਵਿੱਤਰਤਾ, ਅੰਦਰ ਆਤਮਿਕ ਪਵਿੱਤਰਤਾ ਹੋਵੇ। ਤੇ ਇਹ ਨਾਮ ਧਨ ਟਿਕਦਾ ਵੀ ਉੱਥੇ ਹੈ ਜਿਸ ਦਾ ਹਿਰਦਾ ਪਵਿੱਤਰ ਹੈ। ਯਾਦ ਰੱਖਣਾ, ਜਿੱਥੇ ਅੰਦਰ ਮੈਲ ਹੈ ਉੱਥੇ ਨਾਮ ਨਹੀਂ ਟਿਕੇਗਾ। ਤਾਂ ਹੀ ਤਾਂ ਮਹਾਰਾਜ ਨੇ ਆਖਿਆ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨਿ ਖਟਿਆ, ਭਲੇ ਸੇ ਬਣਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰੂ ਨਾਲੇ। ਜੇ ਮਨ ਨਿਰਮਲ ਹੋ ਗਿਆ ਤਾਂ ਗੁਰੂ ਨਾਲ ਰਵਾਂਗੇ, ਕਿਉਂਕਿ ਹੁਣ ਅੰਦਰ ਪਵਿੱਤਰ ਹੋ ਗਿਆ। ਗੁਰੂ ਨਾਲ ਰਹਿਣ ਦਾ ਅਰਥ ਹੋਇਆ ਕਿ ਨਾਮ ਰੂਪੀ ਧਨ ਸਾਡੀ ਜ਼ਿੰਦਗੀ ਦਾ ਸ਼ਿੰਗਾਰ ਹੋਏਗਾ। ਫਿਰ ਮਹਾਰਾਜ ਪੌੜੀ ਵਿੱਚ ਕਹਿੰਦੇ, ਇੱਥੇ ਪੌੜੀ ਨਹੀਂ ਵਰਤੀ, ਮਹਾਰਾਜ ਨੇ ਪਵੜੀ ਵਰਤੀ। ਆਮ ਭਾਸ਼ਾ ਵਿੱਚ ਕਹਿੰਦੇ ਨੇ ਪਵੜੀ। ਪਵੜੀ ਔਰ ਪੌੜੀ ਗੁਰਬਾਣੀ ਵਿੱਚ ਦੋਨੋਂ ਹੀ ਰੂਪਾਂ ਵਿੱਚ ਇਹ ਅੱਖਰ ਆਏ ਨੇ। ਇੱਥੇ ਮਹਾਰਾਜ ਵਰਤ ਰਹੇ ਨੇ ਪਵੜੀ। ਅਰਥ ਪੌੜੀ ਦੇ ਨਾਲ ਹੀ ਹੈ, ਅਰਥ ਵਿੱਚ ਕੋਈ ਫਰਕ ਨਹੀਂ, ਪਰ ਉਚਾਰਨ ਵਿੱਚ ਪੜਾਂਗੇ ਪਵੜੀ। ਮਹਾਰਾਜ ਕਹਿੰਦੇ ਸੱਸਾ ਸੱਤ 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 ਸੌ। ਸੱਸੇ ਅੱਖਰ ਤੋਂ ਮਹਾਰਾਜ ਉਪਦੇਸ਼ ਕਰਦੇ ਹੋਏ ਆਖ ਰਹੇ ਨੇ, ਕਹਿੰਦੇ ਨੇ ਸੱਤ 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 ਸੌ। ਉਹੀ ਬੰਦਾ ਜਿਸ ਨੂੰ ਕਹਿੰਦੇ ਸਦਾ ਸਥਿਰ ਰਹਿਣ ਵਾਲਾ ਪਰਮਾਤਮਾ ਮਿਲ ਗਿਆ ਹੈ, ਉਹੀ ਬੰਦਾ ਸੱਚਾ ਹੈ।
ਉਹੀ ਜਿਹੜਾ ਮਨੁੱਖ ਹੈ ਜਿਹਨੂੰ ਸੱਚ ਦੀ ਪ੍ਰਾਪਤੀ ਹੋ ਗਈ। 3 ਵਾਰੀ ਇੱਥੇ 7 ਅੱਖਰ ਆਇਆ। ਵਿਦਵਾਨਾਂ ਦਾ ਇਹ ਮੰਨ ਹੈ ਕਿ ਮਨ ਬਚ ਕਰਮ ਕਰਕੇ ਸਾਡੇ ਅੰਦਰ ਸੱਤ ਟਿਕਣਾ ਚਾਹੀਦਾ। ਸੱਤ ਤਾਂ ਇੱਕੋ ਹੀ ਹੈ, ਪਰਮਾਤਮਾ ਜੋ ਸਦਾ ਥਿਰ ਹੈ, ਪਰ ਮਨ ਵਿੱਚ ਵੀ ਉਹ ਵਸੇ, ਸਾਡੇ ਬਚਨਾਂ ਵਿੱਚ ਵੀ ਹੋਵੇ, ਸਾਡੇ ਕਰਮਾਂ ਵਿੱਚ ਵੀ ਉਸ ਦੀ ਝਲਕ ਨਜ਼ਰ ਆਉਣੀ ਚਾਹੀਦੀ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਮਨੁੱਖ ਕਹਿੰਦਾ ਜੀ ਮੇਰਾ ਮਨ ਸਾਫ਼ ਹੈ ਅਤੇ ਮੈਨੂੰ ਕੀ ਲੋੜ ਪਈ ਹੈ ਗੁਰਦੁਆਰੇ ਆਉਣ ਦੀ। ਪਰ ਜਦੋਂ ਉਹ ਵਚਨ ਬੋਲਦਾ, ਨਿਰੀਆਂ ਗੱਲਾਂ ਕੱਢਦਾ, ਕੋੜਾ ਬੋਲਦਾ, ਫਿੱਕਾ ਬੋਲਦਾ, ਫਿਰ ਕਿਵੇਂ ਮੰਨ ਲਈਏ ਵੀ ਇਸ ਦਾ ਮਨ ਸਾਫ਼ ਹੈ। ਜਾਂ ਕਈ ਵਾਰੀ ਬੰਦਾ ਕਹਿੰਦਾ ਜੀ ਦੇਖੋ ਜੀ ਮੇਰਾ ਮਨ ਵੀ ਸਾਫ਼ ਹੈ ਅਤੇ ਮੇਰੇ ਵਚਨ ਵੀ ਮੈਂ ਸੋਚ ਸਮਝ ਕੇ ਬੋਲਦਾ, ਪਰ ਜਦੋਂ ਬੰਦਾ ਉਸਦੇ ਕਰਮਾਂ ਨੂੰ ਵੇਖਦਾ, ਉਸਦੀਆਂ ਆਦਤਾਂ ਨੂੰ ਦੇਖਦਾ, ਅਤੇ ਬੰਦਾ ਕਹਿੰਦਾ ਵੀ ਇਹ ਧਰਮੀ ਕਿਵੇਂ ਹੋ ਗਿਆ। ਇਹਦੀਆਂ ਆਦਤਾਂ ਤਾਂ ਬੜੀਆਂ ਮਾੜੀਆਂ ਨੇ, ਇਸਦੀਆਂ ਆਦਤਾਂ ਚੰਗੀਆਂ ਨਹੀਂ ਹਨ। ਜਿਹੜੇ ਕੰਮ ਇਹ ਕਰ ਰਿਹਾ ਹੈ ਇਹ ਆਦਤਾਂ ਚੰਗੀਆਂ ਨਹੀਂ ਹਨ। ਇਸ ਕਰਕੇ ਗੁਰਮਤਿ ਕਹਿੰਦੀ ਹੈ ਕਿ ਤੇਰਾ ਮਨ ਵੀ ਸਾਫ਼ ਹੋਵੇ, ਤੇਰੇ ਵਚਨ ਵੀ ਸੱਚੇ ਹੋਣ ਅਤੇ ਤੇਰੇ ਕਰਮ ਵੀ ਪਰਮਾਤਮਾ ਦੇ ਗੁਰੂ ਦੇ ਮੁਤਾਬਿਕ ਹੋਣ, ਅਤੇ ਉਹੀ ਬੰਦਾ ਸੱਚ ਦਾ ਸਰੂਪ ਹੈ। ਅਤੇ ਮਹਾਰਾਜ ਕਹਿੰਦੇ ਨੇ ਸਤ ਪੁਰਖ ਤੇ ਭਿੰਨ ਨਾ ਕੋ। ਮਹਾਰਾਜ ਕਹਿੰਦੇ ਉਹ ਬੰਦਾ ਫਿਰ ਸਤਿਪੁਰਖ ਤੋਂ, ਭਿੰਨ ਦਾ ਅਰਥ ਹੈ ਅੱਡ ਨਹੀਂ ਹੋ ਸਕਦਾ, ਫਿਰ ਉਹ ਤਾਂ ਪਰਮਾਤਮਾ ਦਾ ਹੀ ਰੂਪ ਹੋ ਗਿਆ ਨਾ, ਸਤਿਪੁਰਖ ਦਾ ਰੂਪ ਹੋ ਗਿਆ। ਸੋ ਸਰਨ ਪਰੈ ਜੇ ਪਾਇੰ। ਮਹਾਰਾਜ ਕਹਿੰਦੇ ਨੇ ਉਹੀ ਮਨੁੱਖ ਸਰਨ ਵਿੱਚ ਪੈਂਦਾ ਹੈ ਇਹਨੂੰ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰਦਾ ਹੈ। ਸਿਮਰ ਸਿਮਰ ਗੁਣ ਗਾਏ ਸੁਣਾਇਨ। ਇਹਨੂੰ ਉਹ ਪਰਮਾਤਮਾ ਆਪ ਗੁਣ ਆਪਣੇ ਸੁਣਾਉਂਦਾ ਹੈ। ਉਹ ਸਿਮਰ ਸਿਮਰ ਕੇ ਉਹਨਾਂ ਗੁਣਾਂ ਨਾਲ ਆਪਣੀ ਸਾਂਝ ਬਣਾ ਲੈਂਦਾ ਹੈ, ਉਹਨਾਂ ਗੁਣਾਂ ਨਾਲ ਆਪ ਜੁੜ ਜਾਂਦਾ ਹੈ। ਸੰਸੈ ਭਰਮ ਨਹੀਂ ਕਛ ਵਿਆਪਤ। ਸੰਸੈ ਦਾ ਅਰਥ ਹੁੰਦਾ ਸੈਮ, ਭਰਮ ਦਾ ਅਰਥ ਹੁੰਦਾ ਭਟਕਣਾ। ਮਹਾਰਾਜ ਕਹਿੰਦੇ ਨੇ ਨਹੀਂ ਕਛ ਵਿਆਪਤ, ਉਸਨੂੰ ਇਹ ਚੀਜ਼ਾਂ ਨਹੀਂ ਵਿਆਪਦੀਆਂ। ਇਹਨੂੰ ਕੁਛ ਪਾਠ ਨਹੀਂ ਕਰਾਂਗੇ। ਗੁਰਬਾਣੀ ਵਿੱਚ ਯਾਦ ਰੱਖਣਾ ਇੱਕ ਥਾਂ 'ਤੇ ਵੀ ਕੁਛ ਅੱਖਰ ਨਹੀਂ ਆਇਆ। ਕਈ ਸੰਗਤਾਂ ਪਾਠ ਕਰਦੀਆਂ, ਉਹ ਬਾਰ-ਬਾਰ ਕਿਛ ਅੱਖਰ ਆਵੇ ਉਹਨੂੰ ਵੀ ਕੁਛ ਬੋਲ ਜਾਂਦੀਆਂ, ਕਛ ਆਵੇ ਉਹਨੂੰ ਵੀ ਕੁਛ ਬੋਲ ਜਾਂਦੀਆਂ। ਗੁਰੂ ਗ੍ਰੰਥ ਸਾਹਿਬ ਦੇ ਪੂਰੇ 'ਚ ਕੁਛ ਅੱਖਰ ਨਹੀਂ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਕਿਛ ਹੈ, ਕਛ ਹੈ, ਕਛੂ ਹੈ, ਕਿਛੂ ਹੈ, ਪਰ ਕੁਛ ਅੱਖਰ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ। ਜਿਵੇਂ ਆਪਾਂ ਪਾਠ ਕਰਦੇ ਹਾਂ ਸਾਚੇ ਸਾਹਿਬਾ ਕਿਆ ਨਾਹੀਂ ਘਰ ਤਾਂ ਤੇਰਾ। ਬਹੁਤ ਸਾਰੀਆਂ ਸੰਗਤਾਂ ਘਰ ਤਾਂ ਤੇਰਾ ਸਭ ਕੁਛ ਹੈ, ਕੁਛ ਨਹੀਂ, ਕੁਛ ਹੈ ਹੀ ਨਹੀਂ ਪੂਰੇ ਗੁਰੂ ਗ੍ਰੰਥ ਸਾਹਿਬ 'ਚ। ਮੈਂ ਇਸ ਕਰਕੇ ਤੁਹਾਡੇ ਧਿਆਨ ਗੋਚਰਾ ਕਰਨਾ ਚਾਹ ਰਿਹਾ ਕਿ ਕੁਛ ਅੱਖਰ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ। 1430 ਅੰਕਾਂ ਵਿੱਚ ਇੱਕ ਥਾਂ 'ਤੇ ਵੀ ਨਹੀਂ ਆਇਆ। ਤੁਸੀਂ ਰਿਸਰਚ ਕਰਕੇ ਦੇਖ ਸਕਦੇ ਹੋ। ਇਹ ਤਾਂ ਤੁਹਾਡੇ ਕੋਲ ਸੋਫਟਵੇਅਰ ਨੇ, ਆਈ ਗ੍ਰੰਥ ਹੈ, ਗੁਰਬਾਣੀ ਰਿਸਰਚਰ ਹੈ, ਅਤੇ ਹੋਰ ਬਹੁਤ ਸਾਰੇ ਸਾਡੇ ਕੋਲ ਅੱਜ ਐਸੀ ਚੀਜ਼ਾਂ ਨੇ ਜਿੱਥੇ ਅਸੀਂ ਰਿਸਰਚ ਕਰਕੇ ਦੇਖ ਸਕਦੇ ਹਾਂ ਵੀ ਇਹ ਅੱਖਰ ਹੈ ਗੁਰੂ ਗ੍ਰੰਥ ਸਾਹਿਬ 'ਚ ਕਿ ਨਹੀਂ ਹੈ। ਇਸ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਆਪਾਂ ਕਿਤੇ ਵੀ ਬਾਣੀ ਵਿੱਚ ਕੁਛ ਨਹੀਂ ਬੋਲਣਾ। ਕਿਛ, ਕਛ, ਕਿਛੂ, ਕਛੂ ਇਹ ਅੱਖਰ ਆਏ ਹੋਏ ਨੇ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਸੈ ਭਰਮ ਨਹੀਂ ਕਛ ਵਿਆਪਤ। ਉਸਨੂੰ ਕੋਈ ਸੰਸਾ ਨਹੀਂ, ਉਸਨੂੰ ਕੋਈ ਭਰਮ ਨਹੀਂ, ਭਾਵ ਜੀਵਨ 'ਚ ਕੋਈ ਸੈਮ ਨਹੀਂ, ਉਸਨੂੰ ਵਿਆਪਦਾ ਹੀ ਨਹੀਂ ਹੈ। ਕਿਸ ਨੂੰ? ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ। ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ। ਮਹਾਰਾਜ ਕਹਿੰਦੇ ਨੇ ਉਸੇ ਪ੍ਰਭੂ ਦਾ ਜਿਹੜਾ ਪ੍ਰਗਟ ਪ੍ਰਤਾਪ ਹੈ ਉਸ ਨੂੰ ਹੀ ਜਪਣਾ ਚਾਹੀਦਾ, ਜਿਹਦਾ ਪ੍ਰਤਾਪ ਪ੍ਰਗਟ ਹੈ, ਪ੍ਰਥਕ ਹੈ। ਇੱਕ ਰੱਬ ਹੈ ਜਿਹਦਾ ਪ੍ਰਤਾਪ ਜਿਹੜਾ ਉਹ ਪ੍ਰਥਕ ਹੈ, ਜਿਹੜਾ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ ਨਾ, ਉਹ ਰੱਬ ਦਾ ਰੂਪ ਹੋ ਜਾਂਦਾ, ਪਰਮੇਸ਼ਰ ਦੇ ਨਾਲ ਜੁੜ ਜਾਂਦਾ। ਫਿਰ ਮਹਾਰਾਜ ਕਹਿੰਦੇ ਨੇ ਸੋ ਸਾਧੂ ਇਹ ਪਹੁੰਚਨਹਾਰਾ। ਇਸ ਅਵਸਥਾ ਤੱਕ ਕਹਿੰਦੇ ਉਹੀ ਸਾਧੂ, ਸਾਧਨਾ ਕਰਨ ਵਾਲਾ ਪਹੁੰਚ ਸਕਦਾ। ਜੀਵਨ ਵਿੱਚ ਸਾਡੇ ਜੀਵਨ ਦੇ 4 ਪੜਾਅ ਨੇ। ਪਹਿਲਾ ਪੜਾਅ ਹੈ ਜਿਗਿਆਸੂ ਹੋਣਾ, ਜਿਸ ਦੇ ਅੰਦਰ ਜਿਗਿਆਸਾ ਹੈ ਮੈਂ ਧਰਮੀ ਹੋਣਾ ਹੈ, ਮੈਂ ਨਾਮ ਧਨ ਕਮਾਉਣਾ ਹੈ। ਅਤੇ ਜਦੋਂ ਉਸ ਦੇ ਅੰਦਰ ਜਿਗਿਆਸਾ ਪੈਦਾ ਹੁੰਦੀ ਉਹ ਗੁਰੂ ਕੋਲ ਆਉਂਦਾ। ਗੁਰੂ ਉਸ ਨੂੰ ਉਸ ਨਾਮ ਧਨ ਦੀ ਪ੍ਰਾਪਤੀ ਦਾ ਗਿਆਨ ਕਰਾਉਂਦਾ ਹੈ ਅਤੇ ਉਸ ਦੀ ਪ੍ਰਾਪਤੀ ਵਾਸਤੇ ਸਾਧਨਾ ਕਰਨੀ ਆਰੰਭ ਕਰਦਾ। ਉਹਨੂੰ ਕਹਿੰਦੇ ਨੇ ਸਾਧੂ। ਸਾਧੂ ਦਾ ਅਰਥ ਹੈ ਜਿਹੜਾ ਸਾਧਨਾ ਵੱਲ ਚੱਲ ਪਿਆ। ਜਿਸ ਦੀ ਸਾਧਨਾ ਕੰਪਲੀਟ ਹੋ ਗਈ ਉਹਨੂੰ ਕਹਿੰਦੇ ਨੇ ਸੰਤ। ਸੰਤ ਕਿਹਨੂੰ ਕਹਿੰਦੇ ਨੇ? ਜਿਸ ਦੀ ਸਾਧਨਾ ਪੂਰੀ ਹੋ ਗਈ ਹੈ। ਅਤੇ ਚੌਥਾ ਹੈ ਅਵਤਾਰ। ਅਵਤਾਰ ਦਾ ਅਰਥ ਹੁੰਦਾ ਪ੍ਰਗਟ ਹੋਣਾ। ਉਹ ਸੰਸਾਰ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਜਿਸ ਦੇ ਅੰਦਰ ਜਿਗਿਆਸਾ ਪੈਦਾ ਹੋਈ, ਜਿਸ ਨੇ ਸਾਧਨਾ ਆਰੰਭ ਕਰ ਲਈ, ਸਾਧੂ ਬਣ ਗਿਆ।
ਤੇ ਸਾਧੂ ਕੋਈ ਇਹ ਨਹੀਂ ਵੀ ਭੇਖ ਦਾ ਨਾਮ ਹੈ ਸਾਧੂ। ਆਪਾਂ ਕਹੀਏ ਵੀ ਫਲਾਣੇ ਨੇ ਕੱਪੜੇ ਪਾਏ ਉਹ ਸਾਧੂ। ਅਸੀਂ ਸਾਰੇ ਸਾਧੂ ਹਾਂ ਜੇ ਸਾਧਨਾ ਕਰਦੇ ਹਾਂ ਤਾਂ। ਅਸੀਂ ਕਈ ਵਾਰ ਸੋਚਦੇ ਵੀ ਜਿਹਨਾਂ ਨੇ ਕੱਪੜੇ ਗੇਰਵੇਂ ਪਾਏ ਨੇ ਜਾਂ ਕਿਸੇ ਨੇ ਚਿੱਟੇ ਕੱਪੜੇ ਪਾਏ ਨੇ, ਕਿਸੇ ਨੇ ਪੀਲੇ ਪੂਲੇ ਕੱਪੜੇ ਪਾਏ ਨੇ, ਉਹ ਸਾਧੂ ਨੇ। ਸਾਧੂ ਦਾ ਅਰਥ ਹੈ ਜਿਹਨਾਂ ਸਾਧਨਾ ਵੱਲ ਵੱਧ ਪਿਆ, ਜਿਹਨਾਂ ਸਾਧਨਾ ਕਰਨ ਲੱਗ ਪਿਆ, ਉਹਨੂੰ ਸਾਧੂ ਕਿਹਾ ਜਾਂਦਾ। ਅਤੇ ਜਿਸ ਦੀ ਸਾਧਨਾ ਕੰਪਲੀਟ ਹੋ ਗਈ ਉਹ ਸੰਤ ਹੈ। ਅੱਜ ਅਸੀਂ ਦੇਖਦੇ ਜਿਨ੍ਹਾਂ ਨੇ ਜ਼ਿੰਦਗੀ 'ਚ ਕੋਈ ਸਾਧਨਾ ਹੀ ਨਹੀਂ ਕੀਤੀ, ਅੱਜ ਅਸੀਂ ਉਹਨਾਂ ਨੂੰ ਸੰਤ ਕਹਿ ਕੇ 108 ਫਲਾਣਾ ਫਲਾਣਾ ਕਰਕੇ ਸਤਿਕਾਰਦੇ ਹਾਂ। ਅਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸੰਤ ਕਿਹਨੂੰ ਕਹਿੰਦੇ ਨੇ, ਸਾਧੂ ਕਿਹਨੂੰ ਕਹਿੰਦੇ ਨੇ। ਜਿਸ ਜ਼ਿੰਦਗੀ ਦੇ ਵਿੱਚ ਕਦੇ ਜਿਗਿਆਸਾ ਹੀ ਪੈਦਾ ਨਹੀਂ ਹੋਈ ਕਿ ਮੈਂ ਸੱਚਾ ਹੋਣਾ, ਜਿਸ ਦਾ ਇੱਕੋ ਮਕਸਦ ਰਿਹਾ ਕਿ ਇਹ ਕੱਪੜੇ ਪਾ ਕੇ ਦੁਨਿਆਵੀ ਧਨ ਚੰਗਾ ਇਕੱਠਾ ਕਰ ਲਈਦਾ, ਅਤੇ ਉਹਨਾਂ ਨੂੰ ਆਪਾਂ ਸੰਤ ਕਹੀ ਜਾਂਦੇ। ਜਿਨ੍ਹਾਂ ਨੇ ਉਹਨਾਂ ਨੇ ਕੋਲ ਬੈਠ ਕੇ ਦੇਖੋ ਕਰੀ, ਤੁਹਾਨੂੰ ਪਤਾ ਲੱਗੇਗਾ ਇਹਨਾਂ ਦਾ ਇੱਕੋ ਮਕਸਦ ਹੈ, ਕੇਵਲ ਦੁਨਿਆਵੀ ਧਨ ਇਕੱਠਾ ਕਰਨਾ, ਔਰ ਉਸ ਧਨ ਕਰਕੇ ਇਹ ਸਭ ਕੁਝ ਅਡੰਬਰ ਰਚਦੇ ਹਨ। ਪਰ ਅਸੀਂ ਲੋਕ ਕਹਿੰਦੇ ਬੜੇ ਸੰਤ ਨੇ, ਬੜੇ ਪਹੁੰਚੇ ਹੋਏ ਨੇ। ਮੈਨੂੰ ਇੱਕ ਗੁਰਸਿੱਖ ਕਹਿਣ ਲੱਗਾ ਫਲਾਣੇ ਬੰਦੇ ਬਾਰੇ ਜਾਣਦੇ ਹੋ ਕਿ ਹਾਂ ਜੀ, ਕਹਿੰਦੇ ਜੀ ਬੜੇ ਪਹੁੰਚੇ ਹੋਏ ਸੰਤ ਨੇ। ਮੈਂ ਕਿ ਤੁਹਾਨੂੰ ਕਿਵੇਂ ਪਤਾ ਸੰਤ ਨੇ ਉਹ? ਕਹਿੰਦੇ ਨਹੀਂ ਜੀ ਬੜੇ ਪਹੁੰਚੇ ਹੋਏ ਨੇ। ਮੈਂ ਕਿਹਾ ਗੁਰਮਤਿ ਪੜ੍ਹੀ ਹੈ ਤੂੰ? ਕਹਿੰਦੇ ਹਾਂ ਗੁਰਬਾਣੀ ਮੈਂ ਸੁਣਦਾ ਪੜ੍ਹਦਾ। ਮੈਂ ਗੁਰਬਾਣੀ ਗੱਲ ਆਖਦੀ ਹੈ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਾ। ਤੂੰ ਬ੍ਰਹਮ ਗਿਆਨੀ ਹੈ? ਕਹਿੰਦਾ ਮੈਂ ਤਾਂ ਨਹੀਂ ਜੀ, ਮੈਂ ਤਾਂ ਬਹੁਤ ਮਾੜਾ ਜਿਹਾ ਇਨਸਾਨ ਹਾਂ, ਬੜਾ ਭੈੜਾ ਇਨਸਾਨ ਹਾਂ। ਮੈਂ ਕਿ ਜੇ ਤੂੰ ਭੈੜਾ ਹੈ ਅਤੇ ਤੂੰ ਭੈੜੇ ਇਨਸਾਨ ਦੀ ਗੱਲ ਕਰ ਰਿਹਾ, ਤੂੰ ਬ੍ਰਹਮ ਗਿਆਨੀ ਦੀ ਗੱਲ ਨਹੀਂ ਫਿਰ ਕਰ ਰਿਹਾ, ਕਿਉਂ ਤੂੰ ਆਪ ਹੀ ਬ੍ਰਹਮ ਗਿਆਨੀ ਨਹੀਂ ਬਣਿਆ। ਬ੍ਰਹਮ ਗਿਆਨੀ ਦੀ ਗਤ ਨੂੰ ਤਾਂ ਬ੍ਰਹਮ ਗਿਆਨੀ ਹੀ ਜਾਣ ਸਕਦਾ। ਇੱਕ ਜੋਰੀ ਦੀ ਗੱਲ ਭਾਸ਼ਾ ਨੂੰ ਜਾਣਦਾ, ਪੰਜਾਬੀ ਵਿੱਚ ਕਿਹਾ ਜਾਂਦਾ। ਇੱਕ ਆਪ ਜੋਰੀ ਨਹੀਂ, ਉਹ ਜੋਰੀ ਬਾਰੇ ਕੀ ਕਹੇਗਾ, ਕੀ ਸਮਝਾਏਗਾ। ਸੁਣਿਆਰਾ ਸੁਣਿਆਰੇ ਦੀ ਭਾਸ਼ਾ ਨੂੰ ਜਾਣਦਾ। ਤੁਸੀਂ ਕਿਤੇ ਵੀ ਦੇਖਣਾ ਕਰਿਆਨਾ ਵਾਲਾ ਕਰਿਆਨੇ ਵਾਲੇ ਦੀ ਭਾਸ਼ਾ ਨੂੰ ਜਾਣਦਾ। ਜਦੋਂ ਉਹ ਕਿਸੇ ਨੂੰ ਆਪਣੇ ਵਰਕਰ ਨੂੰ ਰੇਟ ਪੁੱਛਦਾ ਕੀ ਰੇਟ ਹੈ, ਅਤੇ ਉਹ ਰੇਟ ਤੁਹਾਨੂੰ ਨਹੀਂ ਪਤਾ ਲੱਗਦਾ ਇਹਨੇ ਕੀ ਪੁੱਛਿਆ। ਆਪਸ ਵਿੱਚ ਉਹ ਗੱਲ ਕਰ ਲੈਂਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਗੱਲਬਾਤ ਹੋਈ ਹੈ। ਉਹ ਨੰਬਰਿੰਗ ਹੁੰਦੀ ਉਹਨਾਂ ਦੇ ਕੋਲ ਵੀ ਫਲਾਣੇ ਨੰਬਰ ਦੀ ਚੀਜ਼, ਉਹ ਨੰਬਰ ਵਿੱਚ ਹੀ ਦੱਸ ਦੇਗਾ ਕਿ ਇਤਨੇ ਦੀ ਹੈ ਜੀ, ਠੀਕ ਹੈ ਨਾ। ਤੁਸੀਂ ਉਹ ਲਿਖੇਗਾ, ਤੁਹਾਨੂੰ ਤਾਂ ਪਤਾ ਲੱਗੇਗਾ ਵੀ ਇਹਨੇ ਰੇਟ ਇਹ ਲਿਖਿਆ। ਇਸ ਤਰ੍ਹਾਂ ਹੀ ਜਿਹੜੀ ਬ੍ਰਹਮ ਗਿਆਨੀ ਦੀ ਅਵਸਥਾ ਹੈ, ਉਹ ਬ੍ਰਹਮ ਗਿਆਨੀ ਅਵਸਥਾ 'ਤੇ ਅਪੜਿਆ ਹੋਇਆ ਮਨੁੱਖ ਹੀ ਸਮਝ ਸਕਦਾ ਕਿ ਬ੍ਰਹਮ ਗਿਆਨ ਕਿਹਨੂੰ ਕਹਿੰਦੇ ਨੇ। ਆਪਾਂ ਰੋਜ਼ ਪੜ੍ਹਦੇ ਹਾਂ ਇਹ ਸੰਸਾਰ ਵਿਕਾਰ ਸੰਸੇਮੈ ਤਰਿਓ ਬ੍ਰਹਮ ਗਿਆਨੀ। ਇਹ ਸੰਸਾਰ ਵਿਕਾਰਾਂ ਵਿੱਚ ਹੈ, ਸੰਸੇ ਵਿੱਚ ਹੈ। ਉਹੀ ਤਰਦਾ ਹੈ ਭਵਸਾਗਰ ਤੋਂ ਜਿਹੜਾ ਬ੍ਰਹਮ ਦਾ ਗਿਆਨ ਰੱਖਦਾ। ਅਤੇ ਤੁਹਾਡੇ ਵਿੱਚੋਂ ਕੋਈ ਵੀ ਹੋ ਸਕਦਾ, ਬ੍ਰਹਮ ਗਿਆਨੀ ਤਾਂ ਤੁਹਾਡੇ ਵਿੱਚੋਂ ਕੋਈ ਵੀ ਹੋ ਸਕਦਾ, ਜਿਹਦੇ ਜੀਵਨ 'ਚੋਂ ਸੰਸਾ ਨਿਵਰਤ ਹੋ ਗਈ, ਜਿਹਦੇ ਸਹਿਮ ਜੀਵਨ 'ਚੋਂ ਦੂਰ ਹੋ ਗਏ, ਜਿਸ ਨੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਮਹਾਰਾਜ ਕਹਿੰਦੇ ਤਰਦਾ ਹੀ ਬ੍ਰਹਮ ਦਾ ਗਿਆਨ ਰੱਖਣ ਵਾਲਾ। ਅਤੇ ਜਿਹਨੂੰ ਬ੍ਰਹਮ ਦਾ ਗਿਆਨ ਉਹ ਬ੍ਰਹਮ ਗਿਆਨੀ ਹੈ। ਜਿਸਨੂੰ ਬ੍ਰਹਮ ਦੀ ਸੋਝੀ ਆ ਗਈ ਜੀਵਨ ਦੇ ਵਿੱਚ ਸਮਝ, ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਹੁਣ ਇੱਕ ਮਾਸਟਰ ਹੈ, ਜਦੋਂ ਉਸਨੇ ਆਪਣੀ ਡਿਗਰੀ ਕਰ ਲਈ ਅਤੇ ਉਸ ਤੋਂ ਬਾਅਦ ਜਦੋਂ ਉਹ ਟੀਚਰ ਲੱਗ ਜਾਂਦਾ ਸੀ, ਕਹਿੰਦੇ ਵੀ ਮਾਸਟਰ ਜੀ ਨੇ, ਹੈੱਡ ਮਾਸਟਰ ਜੀ ਨੇ, ਪ੍ਰਿੰਸੀਪਲ ਨੇ ਸਕੂਲ ਦੇ, ਅਤੇ ਉਹ ਕਾਬਲੀਅਤ ਦੇ ਅਨੁਸਾਰ ਨੇ। ਉਸਨੇ ਕੁਛ ਕੀਤਾ ਹੋਏਗਾ, BEd ਵਗੈਰਾ ਕੁਛ ਕੀਤੀ ਹੋਏਗੀ, ਤਾਂ ਹੀ ਉਹ ਟੀਚਰ ਅਖਵਾਉਣ ਦਾ ਹੱਕਦਾਰ ਹੈ। ਜਾਂ ਜੋ PhD ਕੀਤੀ ਹੋਏਗੀ, ਪ੍ਰੋਫੈਸਰ ਲੱਗਿਆ ਹੋਇਆ, ਡਾਕਟਰ ਅੱਗੇ ਲੱਗਿਆ ਉਸਨੇ ਕੁਛ ਕੀਤਾ ਤਾਂ ਡਾਕਟਰ ਹੈ ਨਾ। ਅਤੇ ਜੇ ਆਪਾਂ ਐਵੇਂ ਕਿਸੇ ਨੂੰ ਡਾਕਟਰ ਕਹੀ ਜਾਈਏ, ਐਵੇਂ ਕਿਸੇ ਨੂੰ ਪ੍ਰੋਫੈਸਰ ਕਹੀ ਜਾਈਏ, ਅਤੇ ਉਹ ਸਾਡਾ ਭੁਲੇਖਾ ਹੋਏਗਾ ਜੀਵਨ ਵਿੱਚ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਉਹੀ ਸਾਧੂ ਹੈ ਜਿਹੜਾ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚ ਗਿਆ ਹੈ। ਨਾਨਕ ਤਾਕੈ ਸਦ ਬਲਿਹਾਰਾ। ਹੈ ਨਾਨਕ, ਮੈਂ ਉਸ ਤੋਂ ਸਾਧੂ ਤੋਂ ਹਮੇਸ਼ਾ ਹੀ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜਿਹੜਾ ਕਿ ਇਸ ਅਵਸਥਾ ਦੇ ਵਿੱਚ ਅਪੜ ਗਿਆ ਹੈ, ਇਸ ਅਵਸਥਾ ਤੱਕ ਪਹੁੰਚ ਗਿਆ ਹੈ। ਕਿਉਂਕਿ ਜਿਸ ਨੇ ਆਤਮਿਕ ਅਵਸਥਾ ਹਾਸਲ ਕਰ ਲਈ, ਉਸਨੂੰ ਮਾਲਕ ਕਹਿੰਦੇ ਤੂੰ ਸਾਧੂ ਜਾਣ, ਉਹਨੂੰ ਸੰਤ ਸਮਝ, ਉਹਨੂੰ ਗੁਰਮੁਖ ਸਮਝ, ਜਿਸ ਨੇ ਉਹ ਅਵਸਥਾ ਹਾਸਲ ਕਰ ਲਈ। ਸੋ ਅਸੀਂ ਜੀਵਨ ਵਿੱਚ ਧਨ ਖੱਟਦੇ ਹੋਏ ਧਰਮ ਖੱਟਣਾ ਇੱਕ ਅਵਸਥਾ ਹੈ। ਇੱਕ ਅਵਸਥਾ 'ਤੇ ਅਪੜ ਜਾਣਾ ਹਰ ਇੱਕ ਸਿੱਖ ਦਾ ਫਰਜ਼ ਹੈ, ਜਿਹਨੂੰ ਮਹਾਰਾਜ ਨੇ ਸਹਿਜ ਕਿਹਾ, ਚੌਥਾ ਪਦ ਕਿਹਾ, ਉੱਤਮ ਦਰਜਾ ਕਿਹਾ। ਗੁਰਬਾਣੀ ਵਿੱਚ ਬਹੁਤ ਸਾਰੇ ਨਾਮਾਂ ਨਾਲ ਯਾਦ ਕੀਤਾ ਗਿਆ। ਉਸ ਸਹਿਜ ਤੱਕ ਪਹੁੰਚਣਾ ਸਾਡੇ ਸਾਰਿਆਂ ਦਾ ਸਫ਼ਰ ਹੈ। ਜਿਸ ਨਾਲ ਸਹਿਜ ਦੇ ਧਾਰਨੀ ਹੋ ਗਏ, ਸਮਝ ਲਓ ਸਾਡੀ ਮੰਜ਼ਿਲ ਆ ਗਈ ਹੈ। ਹੁਣ ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਜੀਵਨ ਦਾ ਮਕਸਦ ਸਾਰਿਆਂ ਦਾ ਇੱਕੋ ਹੈ ਕਿ ਜੀਵਨ ਸਹਿਜਮਈ ਹੋ ਜਾਏ, ਆਤਮਿਕ ਅਡੋਲਤਾ ਆ ਜਾਏ, ਦੁੱਖ ਸੁੱਖ ਖੁਸ਼ੀ ਗਮੀ ਦੇ ਵਿੱਚ ਮੈਂ ਇੱਕੋ ਜਿਹਾ ਰਹਿਣ ਲੱਗ ਪਵਾਂ।
ਮੈਂ ਪਰਮਾਤਮਾ ਦੇ ਭਾਣੇ ਨੂੰ ਸਮਝਣ ਲੱਗ ਪਵਾਂ, ਉਸ ਭਾਣੇ ਨੂੰ ਮੰਨ ਸਕਾਂ, ਫਿਰ ਤਾਂ ਮੈਂ ਸਾਧੂ ਹਾਂ। ਅਤੇ ਜਿਹੜਾ ਐਸੀ ਅਵਸਥਾ 'ਤੇ ਅਪੜ ਜਾਂਦਾ ਹੈ, ਮਹਾਰਾਜ ਕਹਿੰਦੇ ਫਿਰ ਐਸੇ ਸਾਧੂ ਤੋਂ, ਸੰਤ ਜਨ ਤੋਂ ਮੈਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ। ਜਾਣਾ ਵੀ ਚਾਹੀਦਾ ਕਿ ਜਿਸ ਨੂੰ ਐਸੀ ਅਵਸਥਾ ਨਸੀਬ ਹੋ ਗਈ ਹੈ, ਪ੍ਰਾਪਤ ਹੋ ਗਈ ਹੈ, ਕਿਉਂਕਿ ਉਸ ਦਾ ਟਾਰਗੇਟ ਸੀ ਪੂਰਾ ਹੋ ਗਿਆ, ਉਹਨੂੰ ਵਧਾਈ ਦੇਣੀ ਚਾਹੀਦੀ ਹੈ। ਆਪਾਂ ਕੋਈ ਬੱਚਾ ਨੌਕਰੀ ਲੱਗੇ ਵਧਾਈਆਂ ਦਿੰਦੇ ਵੀ ਬੇਟਾ ਤੂੰ ਪੜ੍ਹਿਆ ਸੀ, ਤੈਨੂੰ ਨੌਕਰੀ ਮਿਲ ਗਈ, ਵਧਾਈ ਹੋਵੇ। ਅਸੀਂ ਜੋ ਇੱਕ ਉਡੀਕ ਕਰਦੇ ਹਾਂ ਕਿ ਬੱਚਿਆਂ ਦਾ ਵਿਆਹ ਹੋਵੇ, ਜਵਾਨ ਹੋ ਜਾਣ, ਅਤੇ ਜਦੋਂ ਵਿਆਹ ਹੁੰਦਾ ਅਸੀਂ ਵਧਾਈ ਦਿੰਦੇ ਹਾਂ ਵੀ ਵਧਾਈ ਹੋਵੇ, ਬੱਚੇ ਦਾ ਵਿਆਹ ਹੋ ਗਿਆ, ਕਿਉਂਕਿ ਇੱਕ ਕਾਰਜ ਦੇ ਵਿੱਚ ਅਸੀਂ ਲੱਗੇ ਹੋਏ ਸੀ ਵੀ ਇਹ ਕਾਰਜ ਹੋ ਜਾਏ। ਕੋਈ ਬੱਚਾ ਨਵ ਜੰਮਿਆ, ਜਦੋਂ ਉਹ ਛੋਟਾ ਪੜ੍ਹਾਈ ਯੋਗ ਹੁੰਦਾ ਹੈ, ਚੰਗੇ ਸਕੂਲ 'ਚ ਐਡਮਿਸ਼ਨ ਹੋ ਜਾਂਦਾ, ਅਸੀਂ ਵਧਾਈ ਦਿੰਦੇ ਵੀ ਤੇਰਾ ਚੰਗੇ ਸਕੂਲ 'ਚ ਐਡਮਿਸ਼ਨ ਹੋ ਗਿਆ, ਕਿਉਂਕਿ ਤੂੰ ਚੰਗੀ ਪੜ੍ਹਾਈ ਕਰ ਲਵੇਂਗਾ। ਪਰ ਜਿਸ ਨੇ ਪਰਮਾਤਮਾ ਦੇ ਘਰ ਤੱਕ ਪਹੁੰਚ ਬਣਾ ਲਈ, ਉਸ ਨੂੰ ਵੀ ਸਾਨੂੰ ਵਧਾਈ ਦੇਣੀ ਚਾਹੀਦੀ, ਕਿਉਂਕਿ ਉਹ ਰੱਬ ਦੇ ਘਰ ਤੱਕ ਪਹੁੰਚ ਚੁੱਕਿਆ ਹੈ, ਆਪਣੇ ਜੀਵਨ ਨੂੰ ਸਫਲ ਕਰ ਚੁੱਕਿਆ ਹੈ। ਆਓ ਪਿਆਰ ਨਾਲ ਇਹਨਾਂ ਪੰਕਤੀਆਂ ਦਾ ਪਾਠ ਕਰੀਏ ਅਤੇ ਆਪਣੇ ਜੀਵਨ ਵਿੱਚ ਨਾਮ ਧਨ ਅਤੇ ਅੰਦਰ ਪਵਿੱਤਰਤਾ ਬਣਾਈਏ। ਸਾਡਾ ਹਿਰਦਾ ਮੈਲਾ ਹੈ, ਵਿਕਾਰਾਂ ਨਾਲ ਭਰਿਆ ਹੋਇਆ, ਔਗੁਣਾਂ ਨਾਲ ਭਰਿਆ ਹੋਇਆ। ਸਾਨੂੰ ਪਹਿਲਾਂ ਦੇਖੀਏ ਕਿਹੜੇ ਕਿਹੜੇ ਔਗੁਣ ਸਾਡੇ ਵਿੱਚ ਨੇ, ਇਸ ਨੂੰ ਫਿਰ ਪਵਿੱਤਰ ਕਰਨਾ ਗੁਰੂ ਕੇ ਗਿਆਨ ਰਾਹੀਂ, ਗੁਰੂ ਕੀ ਸਿੱਖਿਆ ਰਾਹੀਂ, ਅਤੇ ਇਹ ਨਾਮ ਰੂਪੀ ਧਨ ਨੂੰ ਹਰ ਰੋਜ਼ ਸੰਚਣਾ, ਇਕੱਤਰ ਕਰਨਾ। ਉਹ ਬਾਣੀ ਰਾਹੀਂ ਤੁਸੀਂ ਕਰ ਸਕਦੇ ਹੋ, ਗੁਰੂ ਕੇ ਉਪਦੇਸ਼ ਰਾਹੀਂ ਇਸ ਨਾਮ ਧਨ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਸਕਦੇ ਹੋ। ਸੋ ਇਹ ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ। ਆਓ ਪਿਆਰ ਨਾਲ ਸਾਰੇ ਪਾਠ ਕਰਕੇ ਗੁਰੂ ਸਾਹਿਬ ਦੀ ਅਸੀਸਾਂ ਪ੍ਰਾਪਤ ਕਰੋ ਜੀ। ਸ਼ਲੋਕ ਸਈ ਸਾਹਾ ਭਗਵੰਤ ਸੇ, ਸਚ ਸੰਪੈ ਹਰ ਰਾਸ, ਨਾਨਕ ਸਚ ਸੁਚ ਪਾਈਐ, ਤਿਹ ਸੰਤਨ ਕੈ ਪਾਸ। ਪਵੜੀ ਸੱਸਾ ਸਤ 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 ਸੋ, ਸਤਿਪੁਰਖ ਤੇ ਭਿੰਨ ਨ ਕੋ, ਸੋ ਸਰਨ ਪਰੈ ਜੇ ਪਾਇੰ, ਸਿਮਰ ਸਿਮਰ ਗੁਣ ਗਾਏ ਸੁਨਾਇੰ, ਸੰਸੈ ਭਰਮ ਨਹੀਂ ਕਛ ਵਿਆਪਤ, ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ, ਸੋ ਸਾਧੂ ਇਹ ਪਹੁੰਚਨਹਾਰਾ, ਨਾਨਕ ਤਾਕੈ ਸਦ ਬਲਿਹਾਰਾ, ਸੋ ਸਾਧੂ ਇਹ ਪਹੁੰਚਨਹਾਰਾ, ਨਾਨਕ ਤਾਕੈ ਸਦ ਬਲਿਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓੰਕਾਰ।